ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਮ ਵਿਚਾਰ ਕਰ ਠਾਂਡੋ ਹੋਵਾ। ਸਗਰੀ ਸੰਗਤ ਨੇ ਤਬ ਜੋਵਾ। ਬੁੱਢੇ ਆਦ ਜੇ ਸੇਵਕ ਸਾਰੇ। ਖਰੇ ਪਾਏ ਗੁਰ ਸੁਤ ਪਿਛਵਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ।
ਜਗਤ ਗੁਰੂ ਗੁਰਦੇਵ ਜੀ ਨੇ ਸਤਿਕਾਰਯੋਗ ਮਾਤਾ ਭਾਨੀ ਜੀ ਤੇ ਬਖਸ਼ਿਸ਼ ਕੀਤੀ ਹੈ। ਬਚਨ ਫਰਮਾਇਆ, ਪੁੱਤਰ ਭਾਨੀ, ਤੇਰੇ ਭਰਤੇ ਦੀ ਉਮਰ ਅੱਜ ਸਮਾਪਤ ਹੋ ਜਾਣੀ ਹੈ। ਕੀ ਕਰੇਂਗੀ ਪਿੱਛੋਂ? ਮਾਤਾ ਜੀ ਨੇ ਆਪਣੇ ਸਰੀਰ ਤੇ ਵਿਧਵਾ ਦਾ ਭੇਖ ਧਾਰਨ ਕਰਕੇ ਆਖਿਆ, ਜਾਂ ਤਾਂ ਇਸੇ ਤਰ੍ਹਾਂ ਸਤੀ ਹੋ ਜਾਵਾਂਗੀ, ਜਾਂ ਉਹਨਾਂ ਦੇ ਵਿਛੋੜੇ ਦੀ ਚੋਟ ਵਿੱਚ ਆਪਣੇ ਪ੍ਰਾਣ ਤਿਆਗ ਦੇਵਾਂਗੀ। ਗੁਰਦੇਵ ਨੇ ਬਚਨ ਕੀਤਾ, ਅਸੀਂ ਆਪਣੀ ਉਮਰਾਂ ਚੋਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਮਰ ਬਖਸ਼ਦੇ ਹਾਂ 6 ਸਾਲ 11 ਮਹੀਨੇ 18 ਦਿਨ ਦੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਗੱਦੀ ਤੇ ਬਿਠਾ ਕੇ 5 ਪੈਸੇ ਸ਼੍ਰੀ ਫਲ ਰੱਖ ਕੇ 3 ਪਰਿਕਰਮਾ ਕੀਤੀਆਂ, ਨਮਸਕਾਰ ਕੀਤੀ, ਸੰਗਤ ਨੂੰ ਹੁਕਮ ਫਰਮਾਇਆ, ਇਹ ਮੇਰਾ ਸਵਰੂਪ ਹਨ। ਬਾਬਾ ਮੋਹਣ ਜੀ ਨੂੰ ਕਿਹਾ, ਉੱਠੋ ਪੁੱਤਰ ਮੋਹਣ, ਨਮਸਕਾਰ ਕਰੋ। ਤਾਂ ਬਾਬਾ ਮੋਹਣ ਜੀ ਨੇ ਅੱਗੋਂ ਇਨਕਾਰ ਕੀਤਾ, ਕਿਉਂਕਿ ਮਸਤ ਅਵਸਥਾ ਵਿੱਚ ਸਨ, ਬੇਪਰਵਾਹੀ ਦੇ ਰੰਗ ਵਿੱਚ ਸਨ। ਕਹਿਣ ਲੱਗੇ, ਮਹਾਰਾਜ ਹੱਕ ਤਾਂ ਸਾਡਾ ਬਣਦਾ ਸੀ। ਇਹ ਕਹਿ ਕੇ ਚਲੇ ਗਏ। ਬਾਬਾ ਮੋਹਰੀ ਜੀ ਨੂੰ ਕਿਹਾ, ਉੱਠੋ ਤੁਸੀਂ ਨਮਸਕਾਰ ਕਰੋ। ਤਾਂ ਬਾਬਾ ਮੋਹਰੀ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਬਚਨ ਪਾਲੇ ਹਨ। ਰਾਮਕਲੀ ਰਾਗ ਦੇ ਸੱਦਾਂ 'ਚ ਬਾਬਾ ਸੁੰਦਰ ਜੀ ਨੇ ਬਚਨ ਕਹੇ ਨੇ, ਮੋਹਰੀ ਪੁੱਤ ਸਨਮੁਖ ਹੋਵਾ। ਸਨਮੁਖ ਹੋ ਗਏ, ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਨੂੰ ਪ੍ਰਣਾਮ ਕੀਤੇ। ਬਾਬਾ ਮੋਹਰੀ ਜੀ ਦੀ ਬੰਦਗੀ ਹੈ, ਬਾਬਾ ਮੋਹਰੀ ਜੀ ਦਾ ਇਹ ਭਜਨ ਹੈ। ਗੁਰਦੇਵ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਫਿਰ ਬਾਬਾ ਮੋਹਰੀ ਜੀ ਨੂੰ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹੋਏ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਮ ਵਿਚਾਰ ਕਰ ਠਾਂਡੋ ਹੋਆ। ਵਿਚਾਰ ਕਰਕੇ ਬਾਬਾ ਮੋਹਰੀ ਜੀ ਸਨਮੁਖ ਆਏ ਹਨ, ਸਨਮੁਖ ਖਲੋਤੇ ਹਨ। ਸਗਰੀ ਸੰਗਤ ਨੇ ਤਬ ਜੋਆ। ਸਾਰੀ ਸੰਗਤ ਨੇ ਵੇਖਿਆ, ਜਿੰਨੀ ਸੰਗਤ ਬੈਠੀ ਸੀ, ਕਿਉਂਕਿ ਗੁਰਦੇਵ ਨੇ ਸਾਰੀ ਸੰਗਤ ਇਕੱਤਰ ਕਰ ਲਈ ਸੀ। ਸਤਿਗੁਰ ਭਾਣਾ ਆਪਣਾ ਬਹਿ ਪਰਿਵਾਰ ਸਦਾਇਆ। ਸਾਰੀ ਸੰਗਤ ਉੱਥੇ ਹਾਜ਼ਰ ਹੈ, ਸਾਰੀ ਸੰਗਤ ਵੇਖ ਰਹੀ ਹੈ। ਬੁੱਢੇ ਆਦ ਜੀ ਸੇਵਕ ਸਾਰੇ। ਸੰਗਤ ਵਿੱਚ ਬੜੇ ਬੜੇ ਆਤਮ ਗਿਆਨੀ ਮਹਾਂਪੁਰਸ਼, ਗੁਰੂ ਘਰ ਦੇ ਪ੍ਰਮੁੱਖ ਸਿੱਖ, ਬ੍ਰਹਮ ਗਿਆਨੀ, ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਤਮਾ ਬੈਠੇ ਹਨ। ਖਰੇ ਪਏ ਗੁਰ ਸੁਤ ਪਿਛਵਾਰੇ। ਜਦੋਂ ਬਾਬਾ ਮੋਹਰੀ ਜੀ ਉੱਠ ਕੇ ਖਲੋਤੇ, ਸਾਰਿਆਂ ਤੋਂ ਮੂਹਰੇ ਹੋਏ, ਨਾ ਵੀ ਮੋਹਰੀ ਤੇ ਮੂਹਰੇ ਹੋਏ, ਤੇ ਬਾਕੀ ਜਿੰਨੇ ਗੁਰਸਿੱਖ ਸਨ, ਜਿੰਨੀ ਸੰਗਤ ਹੈ, ਉਹ ਸਾਰੀ ਸੰਗਤ ਪਿੱਛੇ ਆਣ ਕੇ ਬਾਬਾ ਮੋਹਰੀ ਜੀ ਦੇ ਖਲੋ ਗਈ। ਮਾਨ ਮੋਹਰੀ ਪਿਤ ਕੇ ਬੈਨ। ਪਿਤਾ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਧੰਨ ਬਾਬਾ ਮੋਹਰੀ ਜੀ ਨੇ ਮੰਨੇ ਹਨ। ਕਰ ਆਨੰਦ ਜੁਤ ਫੁੱਲਿਤ ਨੈਣ। ਬਾਬਾ ਜੀ ਦੇ ਨੇਤਰ ਖਿੜੇ ਹੋਏ ਹਨ। ਇਹ ਨਹੀਂ ਕਿਸੇ ਪ੍ਰਕਾਰ ਦੀ ਕੋਈ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਹੈ। ਬੜੇ ਖਿੜੇ ਹੋਏ ਨੇਤਰ ਨੇ। ਬਾਬਾ ਮੋਹਰੀ ਜੀ ਸਮਝ ਗਏ ਸਨ ਵੀ ਇਹ ਤਾਂ ਗੁਰੂ ਸਾਹਿਬ ਦੀ ਵਡਿਆਈ ਹੈ। ਜੇ ਪੁੱਤਰਾਂ ਨੂੰ ਹੀ ਮਿਲਦੀ ਹੁੰਦੀ ਤੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ ਜੈਸੇ ਕਿਤਨੇ ਵੱਡੇ ਮਹਾਂਪੁਰਸ਼ ਹੋਏ। ਇਹ ਤਾਂ ਧੁਰ ਦਰਗਾਹ ਤੋਂ ਜਿਸ ਦੇ ਮਸਤਕ ਤੇ ਪਰਮੇਸ਼ਰ ਨੇ ਫੈਸਲਾ ਲਿਖ ਕੇ ਪਾ ਦਿੱਤਾ, ਉਸੇ ਨੂੰ ਮਿਲਣੀ ਹੈ।
ਤੋ ਬਾਬਾ ਮੋਹਰੀ ਜੀ ਦੇ ਨੇਤਰ ਜਿਹੜੇ ਨੇ ਉਹ ਪ੍ਰਫੁੱਲਤ ਹਨ, ਖਿੜੇ ਹੋਏ ਹਨ। ਰਾਮਦਾਸ ਕੀ ਚਰਨੀ ਪਰਿਓ। ਬਾਬਾ ਮੋਹਰੀ ਜੀ ਨੇ ਸਭ ਤੋਂ ਮੂਹਰੇ ਹੋ ਕੇ ਸਭ ਤੋਂ ਪਹਿਲਾਂ ਜਦੋਂ ਗੁਰਗੱਦੀ ਦੇ ਰਥ ਤੇ ਗੁਰੂ ਰਾਮਦਾਸ ਸਾਹਿਬ ਜੀ ਬੈਠੇ ਨੇ ਤੇ ਸਭ ਤੋਂ ਪਹਿਲੀ ਪ੍ਰਣਾਮ ਗੁਰਸਿੱਖਾਂ ਵਿੱਚੋਂ ਧੰਨ ਬਾਬਾ ਮੋਹਰੀ ਜੀ ਨੇ ਕੀਤੀ ਹੈ ਗੁਰੂ ਚਰਨਾਂ ਤੇ। ਤਨ ਤਨ ਸਭ ਹਿਨ ਤਬ ਕਹਿਓ। ਸਭ ਨੇ ਆਖਿਆ ਧੰਨ ਹੋ, ਧੰਨ ਹੋ, ਧੰਨ ਹੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ। ਬਾਬਾ ਮੋਹਰੀ ਜੀ ਨੂੰ ਸਤਿਗੁਰੂ ਜੀ ਨੇ ਸਨਮੁਖ ਦੀ ਪਦਵੀ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਮਹਾਂਪੁਰਸ਼ ਹੋਏ ਨਿਹੰਗ ਸਿੰਘ, ਉਹ ਬਾਬਾ ਮੋਹਰੀ ਜੀ ਦਾ ਦਿਨ ਮਨਾਇਆ ਕਰਦੇ ਸਨ ਹਰ ਸਾਲ। ਉਹਨਾਂ ਨੂੰ ਪੁੱਛਣਾ ਕਿ ਤੁਸੀਂ ਬਾਬਾ ਮੋਹਰੀ ਜੀ ਦਾ ਹੀ ਦਿਨ ਕਿਉਂ ਮਨਾਉਂਦੇ ਹੋ? ਉਹਨਾਂ ਕਹਿਣਾ ਬਾਬਾ ਮੋਹਰੀ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਸਾਹਿਬਜ਼ਾਦਿਆਂ 'ਚ ਸਨਮੁਖ ਲਿਖਿਆ ਹੈ, ਤੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਨਮੁਖ ਲਿਖਿਆ ਉਹ ਕਿੱਡੀ ਵੱਡੀ ਉੱਚੀ ਪਦਵੀ ਦੇ ਮਾਲਕ ਹੋਣਗੇ। ਜਿਨ੍ਹਾਂ ਨੂੰ ਅੱਗੇ ਮਹਾਰਾਜ ਬਚਨ ਆ ਰਹੇ ਨੇ, ਮਹਾਰਾਜ ਜੀ ਨੇ ਆਖਿਆ ਮੋਹਰੀ ਭਗਤ ਤਾਂ 21 ਕੁੱਲਾਂ ਤਾਰਦੇ ਨੇ, ਤੂੰ ਆਪਣੀਆਂ 42 ਤਾਰ ਲਈਆਂ ਹਨ। ਇਹ ਬਚਨ ਕਹੇ ਮਹਾਰਾਜ ਜੀ ਨੇ। ਬੜੀ ਉੱਚੀ ਪਦਵੀ ਦੀ ਖੇਡ ਹੈ ਬਾਬਾ ਮੋਹਰੀ ਜੀ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਪ੍ਰਣਾਮ ਕੀਤੀ, ਨਮਸਕਾਰ ਕੀਤੀ ਤੇ ਸਭ ਸੰਗਤ ਨੇ ਆਖਿਆ ਧੰਨ ਹੋ, ਧੰਨ ਹੋ। ਬੋਰੋ ਸਗਰੀ ਸੰਗਤ ਹੀਰ। ਬਾਬਾ ਮੋਹਰੀ ਜੀ ਦੇ ਨਮਸਕਾਰ ਕਰਨ ਤੋਂ ਬਾਅਦ ਬਾਕੀ ਜਿਤਨੀ ਸੰਗਤ ਹੈ ਸਭ ਨੇ ਪਰੀ ਚਰਨ ਪਰ ਤਿਸ ਹੀ ਬੀਰ। ਉਸੇ ਵਾਰੀ ਯਾਨੀ ਕਿ ਉਸੇ ਸਮੇਂ ਹੀ ਸਾਰੀ ਸੰਗਤ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ, ਵੰਦਨਾ ਕੀਤੀ। ਧਰ ਧਰ ਸਰਬ ਉਪਾਇ ਨਿਆਗੇ। ਸਭ ਨੇ ਯਥਾ ਸ਼ਕਤ ਭੇਟਾਵਾਂ ਗੁਰਦੇਵ ਜੀ ਦੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ। ਬੰਦੇ ਕਰ ਜੋਰੇ ਵੱਡ ਭਾਗੇ। ਔਰ ਵੰਦਨਾ ਕਰਦੇ ਨੇ ਵੱਡਿਆਂ ਭਾਗਾਂ ਵਾਲੇ, ਹੱਥ ਜੋੜ ਕੇ ਵੰਦਨਾ ਕਰਦੇ ਮਹਾਰਾਜ ਜੀ ਨੂੰ। ਜਿਨ੍ਹਾਂ ਦੇ ਭਾਗ ਸਵੱਲੇ, ਜਿਨ੍ਹਾਂ ਦੇ ਕਰਮ ਚੰਗੇ, ਉਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਹਨ। ਸਥਿਤ ਪਈ ਸਭਈ ਤਿਸ ਕਾਲਾ। ਸਤਿਗੁਰਾਂ ਨੂੰ ਨਮਸਕਾਰ ਕਰਕੇ ਸਾਰੇ ਸਜ ਗਏ, ਆਪੋ ਆਪਣੇ ਸਥਾਨ ਤੇ ਬੈਠ ਗਏ। ਬੋਲੀ ਸ੍ਰੀ ਗੁਰ ਅਮਰ ਕਿਰਪਾਲਾ। ਪਰਮ ਕਿਰਪਾਲੂ ਦਿਆਲੂ ਮਿਹਰਬਾਨ ਸਾਈਂ, ਭੱਲਿਆਂ ਦੀ ਕੁਲ ਦੇ ਭੂਸ਼ਣ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ। ਪੁੱਤਰ ਮੋਹਰੀ ਕਰੋ ਬਖਾਨਾ। ਮਹਾਰਾਜ ਜੀ ਕਹਿਣ ਲੱਗੇ ਪੁੱਤਰ ਮੋਹਰੀ ਹੁਣ ਅਸੀਂ ਜੋ ਪੁੱਛਣ ਲੱਗੇ ਆ ਦੱਸ। ਰਾਮਦਾਸ ਕੋ ਕਿਆ ਕਰ ਜਾਨਾ। ਕਿ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਕੀ ਕਰਕੇ ਜਾਣ ਕੇ ਨਮਸਕਾਰ ਕੀਤੀ ਹੈ? ਕਿਤੇ ਦੁਨਿਆਵੀ ਸਬੰਧ ਤਾਂ ਨਹੀਂ ਜਾਣਦੇ? ਕੀ ਜਾਣ ਕੇ ਮਨ ਵਿੱਚ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕੀਤੀ ਹੈ? ਕਿਮ ਜਾਣੇ ਹਮ ਤੇ ਪਛਾਤੀ। ਜਦੋਂ ਅਸੀਂ ਸੱਚਖੰਡ ਚਲੇ ਗਏ, ਸਾਡੇ ਤੋਂ ਬਾਅਦ ਗੁਰੂ ਰਾਮਦਾਸ ਜੀ ਨੂੰ ਕੀ ਕਰਕੇ ਜਾਣੋਗੇ? ਸਾਡੇ ਤੋਂ ਬਾਅਦ ਇਹਨਾਂ ਦਾ ਸਨਮਾਨ ਤੁਸੀਂ ਕਿਸ ਪ੍ਰਕਾਰ ਨਾਲ ਕਰੋਗੇ? ਕੀ ਜਾਣ ਕੇ ਨਮਸਕਾਰ ਕਰੋਗੇ? ਚਿਤ ਕੀ ਬ੍ਰਿਤੀ ਕਉ ਜਿਸ ਭਾਂਤੀ। ਦੱਸੋ ਬਾਬਾ ਮੋਹਰੀ ਜੀ, ਤੁਹਾਡੇ ਚਿੱਤ ਦੀ ਬਿਰਤੀ ਕੀ ਹੈ? ਤੁਹਾਡੇ ਅੰਦਰ ਕੀ ਅਨੁਭਵ ਕੀਤਾ ਹੈ? ਹਾਥ ਜੋਰ ਤਬ ਸਭ ਮੈਂ ਕਹਿਓ। ਬਾਬਾ ਮੋਹਰੀ ਜੀ ਨੇ ਸਤਿਗੁਰਾਂ ਦੇ ਪੁੱਛਣ ਤੋਂ ਬਾਅਦ ਹੱਥ ਜੋੜੇ ਹਨ। ਹੱਥ ਜੋੜ ਕੇ ਬੋਲੇ, ਸਾਰੀ ਸੰਗਤ 'ਚ ਕਹਿਣ ਲੱਗੇ ਸੁਨੋ ਪਿਤਾ ਜੀ ਮੈਂ ਜਿਮ ਲਇਓ। ਕਹਿਣ ਲੱਗੇ ਹੇ ਪਿਤਾ ਜੀ ਸੁਣੋ, ਜਿਵੇਂ ਮੈਂ ਜਾਣਿਆ ਹੈ ਉਹਨਾਂ ਬਾਬਤ। ਸ਼੍ਰੀ ਨਾਨਕ ਸ਼੍ਰੀ ਅੰਗਦ ਸੁਆਮੀ। ਕਿ ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਜਗਤ ਦੇ ਸੁਆਮੀ ਹਨ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ ਜਿਵੇਂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਚ ਬਿਰਾਜਮਾਨ ਕੀਤੀ ਤੇ ਉਹਨਾਂ ਚ ਕੋਈ ਭੇਦ ਨਹੀਂ ਰਿਹਾ। ਤ੍ਰਿਤੀਏ
ਤੁਮੋ ਅੰਤਰਜਾਮੀ। ਔਰ ਗੁਰੂ ਅੰਗਦ ਸਾਹਿਬ ਨੇ ਆਪਣੀ ਜੋਤ ਮਹਾਰਾਜ ਜੀ ਤੀਸਰੇ ਸਥਾਨ ਤੇ ਆਪ ਜੀ ਦੇ ਅੰਦਰ ਬਿਰਾਜਮਾਨ ਕੀਤੀ। ਤੁਸੀਂ ਤੀਸਰੇ ਸਵਰੂਪ ਹੋ ਗੁਰੂ ਨਾਨਕ ਪਾਤਸ਼ਾਹ ਦੇ। ਸੋ ਸਰੂਪ ਏ ਚੌਥੋ ਹੋਆ। ਤੇ ਹੁਣ ਮੈਂ ਚੌਥਾ ਸਰੂਪ ਗੁਰੂ ਨਾਨਕ ਪਾਤਸ਼ਾਹ ਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਾਣਿਆ ਤੇ ਇਹ ਜਾਣ ਕੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕੀਤੀ ਹੈ ਕਿ ਜਿਵੇਂ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਵਿੱਚ ਭੇਦ ਨਹੀਂ, ਤਿਵੇਂ ਮਹਾਰਾਜ ਤੁਹਾਡੇ ਵਿੱਚ ਔਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਵਿੱਚ ਕੋਈ ਭੇਦ ਨਹੀਂ ਰਿਹਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਜਾਣ ਕੇ ਮੈਂ ਉਹਨਾਂ ਨੂੰ ਨਮਸਕਾਰ ਕੀਤੀ ਹੈ। ਸ਼੍ਰੀ ਗੁਰੂ ਰਾਮਦਾਸ ਇਮ ਜੋਆ। ਮੈਂ ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ 'ਚ ਕੋਈ ਭੇਦ ਨਹੀਂ ਜਾਣਿਆ, ਇਹਨਾਂ ਨੂੰ ਚੌਥਾ ਰੂਪ ਗੁਰੂ ਨਾਨਕ ਪਾਤਸ਼ਾਹ ਦਾ ਜਾਣਿਆ ਹੈ। ਸੁਨ ਗੁਰ ਜੁਤ ਸਭ ਭਏ ਪ੍ਰਸੰਨ। ਜਦੋਂ ਸਤਿਗੁਰੂ ਜੀ ਦੇ ਸਮੇਤ ਸਾਰੀ ਸੰਗਤ ਨੇ ਬਾਬਾ ਮੋਹਰੀ ਜੀ ਦੇ ਇਹ ਬਚਨ ਸੁਣੇ ਬੜੇ ਹੀ ਪ੍ਰਸੰਨ ਹੋਏ। ਪੁੱਤਰ ਮੋਹਰੀ ਤੂੰ ਵੱਡ ਧਨ। ਕਹਿਣ ਲੱਗੇ ਹੈ ਪੁੱਤਰ ਮੋਹਰੀ ਤੂੰ ਧਨ ਹੈ। ਧੰਨ ਗੁਰੂ ਅਮਰਦਾਸ ਸਾਹਿਬ ਬਾਬਾ ਮੋਹਰੀ ਜੀ ਨੂੰ ਕਹਿ ਰਹੇ, ਹੁਣ ਜਿਹਨੂੰ ਸਤਿਗੁਰਾਂ ਨੇ ਧੰਨ ਕਿਹਾ ਹੋਵੇ ਕਿੱਡਾ ਵੱਡਾ ਰੁਤਬਾ ਹੋਵੇਗਾ। ਪੰਜਵੇਂ ਪਾਤਸ਼ਾਹ ਜੀ ਦੇ ਨਾਲ ਬੜਾ ਹੀ ਸਨੇਹ ਫਿਰ ਬਾਅਦ ਵਿੱਚ ਗੁਰੂ ਰਾਮਦਾਸ ਸਾਹਿਬ ਨਾਲ ਬਾਬਾ ਮੋਹਰੀ ਜੀ ਦਾ ਰਿਹਾ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਮੋਹਰੀ ਜੀ ਤੁਸੀਂ ਧੰਨ ਹੋ। ਸਭ ਤੇ ਸ੍ਰੇਸ਼ਟ ਬੁੱਧ ਉਦਾਰੇ। ਤੁਹਾਡੀ ਬੁੱਧ ਸਭ ਤੋਂ ਸ੍ਰੇਸ਼ਟ ਹੈ, ਉਦਾਰ ਬੁੱਧੀ ਦੇ ਤੁਸੀਂ ਮਾਲਕ ਹੋ। ਮਿਲਿਓ ਸਦਾ ਤੂੰ ਸੰਗ ਹਮਾਰੇ। ਤੁਸੀਂ ਸਦਾ ਹੀ ਸਾਨੂੰ ਮਿਲੇ ਹੋਏ ਹੋ, ਤੁਸੀਂ ਸਦਾ ਹੀ ਸਾਡੇ 'ਚ ਅਭੇਦ ਹੋ। ਦੋਹਰਾ ਪਇਓ ਸਬਨ ਕੋ ਮੋਹਰੀ ਨਾਮ ਮੋਹਰੀ ਤੋਏ। ਮਹਾਰਾਜ ਜੀ ਕਹਿਣ ਲੱਗੇ ਪੁੱਤਰ ਮੋਹਰੀ ਤੇਰਾ ਨਾਮ ਮੋਹਰੀ ਹੈ ਤੇ ਤੁਸੀਂ ਆਪਣਾ ਨਾਂ ਸਫਲਾ ਕੀਤਾ, ਸਾਰੀ ਸੰਗਤ ਦੇ ਮੋਹਰੀ ਹੋ ਗਏ ਹੋ। ਇਸ ਵਕਤ ਜਿੰਨੀ ਸੰਗਤ ਇੱਥੇ ਬੈਠੀ ਹੈ ਇਸ ਸੰਗਤ ਦੇ ਸਾਰਿਆਂ ਦੇ ਤੁਸੀਂ ਮੋਹਰੀ ਹੋ ਗਏ ਹੋ। ਨਾ ਤੁਹਾਡਾ ਮੋਹਰੀ ਹੈ ਤੇ ਤੁਸੀਂ ਮੋਹਰੀ ਹੋ ਵਿਖਾਇਆ ਹੈ। ਕੀਨੋ ਸਾਰਥ ਸੋ ਅਬੇ ਮਮ ਅਪੇਦਤਾ ਹੋਏ। ਤੁਸੀਂ ਆਪਣਾ ਨਾਮ ਸਫਲਾ ਕਰ ਲਿਆ ਬਾਬਾ ਮੋਹਰੀ ਜੀ, ਤੁਹਾਡਾ ਨਾਮ ਸਕਾਰਥ ਹੈ। ਕਈਆਂ ਦੇ ਨਾਂ ਕੁਝ ਹੋਰ ਹੁੰਦੇ ਆ, ਕਿਰਦਾਰ ਹੋਰ ਹੁੰਦੇ ਆ। ਨਾ ਜਿਹੋ ਜਿਹਾ ਹੋਵੇ, ਨਾਮ ਧਰਮ ਸਿੰਘ ਹੋਵੇ, ਨੇੜੇ ਭਾਵੇਂ ਧਰਮ ਦੇ ਫਰਕੇ ਨਾ। ਕਹਿਣ ਤੋਂ ਭਾਵ ਕਿ ਤੁਸੀਂ ਆਪਣਾ ਨਾਮ ਵੀ ਸਫਲਾ ਕਰ ਲਿਆ ਹੈ। ਜੈਸਾ ਨਾਮ ਹੈ ਵੈਸਾ ਹੀ ਕਰਮ ਹੈ। ਤੁਸੀਂ ਹੁਣ ਸਦਾ ਹੀ ਮੇਰੇ 'ਚ ਭੇਦ ਰਹੋਗੇ। ਮਹਾਰਾਜ ਜੀ ਨੇ ਬਚਨ ਕਹੇ ਤੁਸੀਂ ਸਦਾ ਹੀ ਮੇਰੇ 'ਚ ਭੇਦ ਰਹੋਗੇ, ਮੇਰੇ 'ਚ ਹੀ ਮਿਲੇ ਰਹੋਗੇ। ਚੌਪਈ 21 ਕੁਲ ਹੋਏ ਸੰਤ ਉਦਾਰੇ। ਮਹਾਰਾਜ ਜੀ ਕਹਿੰਦੇ ਜਿਹੜੇ ਸੰਤ ਜਨ ਹੁੰਦੇ ਆ ਰੱਬ ਦੇ ਪਿਆਰੇ ਭਗਤੀ ਕਰਨ ਵਾਲੇ, ਉਹ ਸੰਤ ਜਨ ਆਪਣੀਆਂ 21 ਕੁੱਲਾਂ ਤਾਰਦੇ ਹਨ। ਕਹਿੰਦੇ ਉਹਨਾਂ ਭਗਤਾਂ ਦੀਆਂ 21 ਕੁੱਲਾਂ ਤਰਦੀਆਂ ਹਨ। ਤੁਮ ਨੇ 42 ਜਗ ਨਿਸਤਾਰੇ। ਮਹਾਰਾਜ ਜੀ ਕਹਿੰਦੇ ਪੁੱਤਰ ਮੋਹਰੀ ਤੂੰ ਆਪਣੀਆਂ 42 ਕੁੱਲਾਂ ਦੁੱਗਣੀਆਂ ਨੇ, 21 ਤੋਂ 42। ਕਹਿੰਦੇ ਤੈਂ ਆਪਣੀਆਂ 42 ਕੁੱਲਾਂ ਤਾਰ ਲਈਆਂ ਇਸ ਜਗ ਤੋਂ। ਹਾਂਜੀ। ਸੁਨਤ ਮੋਹਰੀ ਕੈ ਵੱਡ ਭਾਗੇ। ਵੱਡਿਆਂ ਭਾਗਾਂ ਵਾਲੇ ਧੰਨ ਬਾਬਾ ਮੋਹਰੀ ਜੀ ਬੋਲੇ ਸੁਣ ਕੇ। ਧਰਮ ਰਾਏ ਲੇਖਾ ਲੈ ਆਗੇ। ਮਹਾਰਾਜ ਜੀ ਧਰਮ ਰਾਜਾ ਬੜਾ ਕਰੜਾ ਹੈ, ਕਰਰੋ ਧਰਮ ਰਾਇਆ। ਧਰਮ ਰਾਜਾ ਬੜਾ ਕਰੜਾ ਮਹਾਰਾਜ, ਉਹ ਅੱਗੇ ਲੇਖਾ ਮੰਗਦਾ, ਇੱਕ ਇੱਕ ਸਕਿੰਟ ਦਾ ਹਿਸਾਬ ਮੰਗਦਾ ਮਹਾਰਾਜ, ਪਲ ਪਲ ਦਾ, ਘੜੀ ਘੜੀ ਦਾ। ਹਾਂਜੀ। ਤੈਂ ਲੇਖੇ ਤੇ ਜਬ ਛੁੱਟ ਜਾਈਐ। ਮਹਾਰਾਜ ਜਦੋਂ ਧਰਮ ਰਾਜੇ ਦੇ ਲੇਖੇ ਤੋਂ ਛੁੱਟ ਜਾਈਏ, ਜਦੋਂ
ਧਰਮ ਰਾਜੇ ਦੇ ਲੇਖੇ ਤੋਂ ਮੁਕਤ ਹੋ ਜਾਈਏ, ਛੁੱਟ ਜਾਈਏ। ਤਬ ਉਧਾਰ ਨਿਜ ਕੁਲ ਕੋ ਪਈਐ। ਉਦੋਂ ਆਪਣੀ ਕੁੱਲ ਦਾ ਉਧਾਰ ਹੁੰਦਾ ਹੈ ਮਹਾਰਾਜ। ਤੁਹਾਡੀ ਕੁੱਲ ਦਾ ਉਦੋਂ ਉਧਾਰ ਹੋਣਾ ਜਦੋਂ ਧਰਮ ਰਾਜੇ ਦੇ ਲੇਖੇ ਤੋਂ ਬਚਾਂਗੇ, ਧਰਮ ਰਾਜੇ ਦੇ ਲੇਖੇ ਤੋਂ ਛੁਟਾਂਗੇ। ਸੁਨ ਗੁਰ ਕਹਿਓ ਅਛਤ ਤਨ ਮੋਹੀ। ਸੁਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੋਲੇ, ਪੁੱਤਰ ਮੋਰੀ ਸਾਡੇ ਇਸ ਸਰੀਰ ਦੇ ਹੁੰਦਿਆਂ ਹੋਇਆਂ ਹੀ ਲੇਖਾ ਦਿਓ ਚੁਕਾਏ ਜੇ ਹੋਈ। ਅਸੀਂ ਤੁਹਾਡਾ ਲੇਖਾ ਚੁਕਾ ਦਿੱਤਾ, ਜੇ ਹੋਇਆ ਵੀ ਤੇ ਹੁਣ ਨਹੀਂ ਰਹੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਇਸ ਸਰੀਰ ਦੇ ਹੁੰਦਿਆਂ ਹੀ ਤੁਹਾਡਾ ਲੇਖਾ ਚੁਕਾ ਦਿੱਤਾ, ਤੁਹਾਡਾ ਲੇਖਾ ਨਿਬੇੜ ਦਿੱਤਾ ਹੈ। ਧਰਮ ਰਾਏ ਕੇ ਨਿਕਟ ਨ ਜੈ। ਤੁਹਾਨੂੰ ਧਰਮ ਰਾਜੇ ਦੇ ਕੋਲ ਜਾਣਾ ਹੀ ਨਹੀਂ ਪੈਣਾ। ਮਹਾਰਾਜ ਜੀ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਲੇਖਾ ਦੇਣਾ ਪੈਂਦਾ ਉਹ ਜਾਂਦੇ ਨੇ ਧਰਮ ਰਾਜੇ ਪਾਸ, ਤੁਹਾਨੂੰ ਤਾਂ ਧਰਮ ਰਾਜੇ ਦੇ ਕੋਲ ਜਾਣਾ ਹੀ ਨਹੀਂ ਪੈਣਾ। ਪੰਥ ਅਪਰਈ ਹਮ ਟਿਗ ਐਹੋ। ਧਰਮ ਰਾਜੇ ਵਾਲੇ ਰਾਹੋਂ ਨਹੀਂ ਚੱਲ ਕੇ ਆਉਣਾ ਤੁਸੀਂ। ਸਾਡੇ ਕੋਲ ਜਦੋਂ ਆਓਗੇ ਨਾ ਇਹ ਸਰੀਰ ਛੱਡ ਕੇ ਬਾਬਾ ਮੋਰੀ ਜੀ, ਤੁਸੀਂ ਹੋਰ ਰਸਤਿਓਂ ਆਓਗੇ ਸਾਡੇ ਪਾਸ, ਸੱਚਖੰਡ ਵਿੱਚ ਸਾਡੇ ਸਰੂਪ ਚ ਆਣ ਕੇ ਅਭੇਦ ਹੋਵੋਗੇ। ਖਾਲਸਾ ਜੀ ਸ਼ਾਸਤਰਾਂ ਵਿੱਚ ਇਹ ਕਿਹਾ ਜਾਂਦਾ ਇੱਕ ਦਖਨਾਇਣ ਤੇ ਉਤਰਾਇਣ ਦੋ ਪੱਖ ਨੇ। ਜਿਹੜੇ ਦਖਨਾਇਣ ਵਿੱਚ ਸਰੀਰ ਛੱਡਦੇ ਨੇ ਉਹਨਾਂ ਨੂੰ ਧਰਮ ਰਾਜੇ ਦੇ ਕੋਲੋਂ ਵਾਲੇ ਰਸਤੇ ਨਰਕ ਦੇ ਕੋਲੋਂ ਲੰਘਣਾ ਪੈਂਦਾ ਹੈ। ਜਿਹੜੇ ਉਸ ਦਖਨਾਇਣ ਦੇ ਪੱਖ ਤੋਂ ਉਲਟ ਉਤਰਾਇਣ 'ਚ ਸਰੀਰ ਤਿਆਗਣ ਉਹਨਾਂ ਨੂੰ ਉਸ ਰਸਤਿਓਂ ਨਹੀਂ ਜਾਣਾ ਪੈਂਦਾ। ਐਸਾ ਸ਼ਾਸਤਰਾਂ ਵਿੱਚ ਕਿਹਾ ਜਾਂਦਾ ਧਰਮ ਗ੍ਰੰਥਾਂ 'ਚ। ਪਰ ਜਿਹੜਾ ਨਾਮ ਜਪਣ ਵਾਲਾ ਗੁਰਮੁਖ ਹੈ ਉਹ ਭਾਵੇਂ ਉਤਰਾਇਣ 'ਚ ਸਰੀਰ ਛੱਡੇ ਤੇ ਭਾਵੇਂ ਦਖਨਾਇਣ 'ਚ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੀਸ਼ਮ ਪਿਤਾਮਾ ਜਦੋਂ ਤੀਰਾਂ ਦੀ ਸੇਜਾ ਤੇ ਰਿਹਾ ਉਦੋਂ ਦਖਨਾਇਣ ਦਾ ਪੱਖ ਸੀ, ਸਰੀਰ ਨਹੀਂ ਛੱਡਿਆ ਉਹਨੇ। ਕਹਿੰਦਾ ਮੈਨੂੰ ਨਰਕਾਂ ਦੇ ਕੋਲੋਂ ਲੰਘਣਾ ਪਊ। ਜਦੋਂ ਉਤਰਾਇਣ ਦਾ ਪੱਖ ਆਇਆ ਫਿਰ ਉਹਨੇ ਸਰੀਰ ਤੱਕ ਤਿਆਗਿਆ ਸੀ ਕੁਰੂਕਸ਼ੇਤਰ। ਪਰ ਜਿਹੜਾ ਨਾਮ ਜਪਣ ਵਾਲਾ ਨਾ, ਬੰਦਗੀ ਕਰਨ ਵਾਲਾ, ਉਹ ਭਾਵੇਂ ਉਤਰਾਇਣ ਦੇ ਸਮੇਂ ਸਰੀਰ ਤਿਆਗੇ ਤੇ ਭਾਵੇਂ ਦਖਨਾਇਣ ਦੇ, ਭਾਵੇਂ ਹੜੰਬੇ 'ਚ ਤਿਆਗੇ ਤੇ ਭਾਵੇਂ ਬਨਾਰਸ 'ਚ, ਉਹ ਧਰਮ ਰਾਜੇ ਦੇ ਲੇਖੇ ਤੋਂ ਮੁਕਤ ਹੋ ਜਾਂਦਾ। ਨਿਰੰਕਾਰ ਦੇ ਸਰੂਪ 'ਚ ਜਾ ਕੇ ਭੇਦ ਹੁੰਦਾ। ਉਹਨਾਂ ਨੂੰ ਧਰਮ ਰਾਜੇ ਦੇ ਰਸਤੇੋਂ ਲੰਘਣਾ ਹੀ ਨਹੀਂ ਪੈਂਦਾ। ਸਤਿਗੁਰੂ ਜੀ ਫਰਮਾ ਰਹੇ ਨੇ, ਕਹਿਣ ਲੱਗੇ ਪੁੱਤਰ ਮੋਰੀ ਤੈਨੂੰ ਧਰਮ ਰਾਜੇ ਵਾਲੇ ਰਸਤੇੋਂ ਨਹੀਂ ਲੰਘ ਕੇ ਆਉਣਾ ਪੈਣਾ, ਤੈਨੂੰ ਹੋਰ ਹੀ ਰਸਤੇੋਂ ਸਾਡੇ ਕੋਲ ਆਉਣਾ ਪਵੇਗਾ। ਤੂੰ ਮਮ ਸਿੱਖ ਪੁਨੀਤ ਸੋ ਪਇਓ। ਪੁੱਤਰ ਮੋਰੀ ਤੂੰ ਕੱਲਾ ਮੇਰਾ ਪੁੱਤਰ ਹੀ ਨਹੀਂ, ਤੂੰ ਮੇਰਾ ਸਿੱਖ ਵੀ ਹੋ ਗਿਆ ਹੈ। ਤੂੰ ਮੇਰਾ ਪਿਆਰਾ ਸਿੱਖ ਹੈ। ਸਿੱਖੀ ਪਦ ਮੈਂ ਤੋ ਕੋ ਦਿਓ। ਪੁੱਤਰ ਮੋਰੀ ਮੈਂ ਤੈਨੂੰ ਸਿੱਖੀ ਦੀ ਪਦਵੀ ਦਿੰਦਾ ਹਾਂ। ਤਦੇ ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਮੋਰੀ ਪੁੱਤ ਸਨਮੁਖ ਹੋਆ। ਸਨਮੁਖ ਪਦਵੀ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ। ਸਨਮੁਖ ਕੌਣ ਹੈ ਤੇ ਬੇਮੁਖ ਕੌਣ ਹੈ? ਸਨਮੁਖ ਉਹ ਜਿਹੜਾ ਗੁਰੂ ਹੁਕਮ ਦੀ ਪਾਲਣਾ ਕਰੇ, ਬੇਮੁਖ ਉਹ ਜਿਹੜਾ ਗੁਰੂ ਦੇ ਹੁਕਮ ਨੂੰ ਛਿੱਕੇ ਟੰਗ ਕੇ ਆਪਣੀਆਂ ਮਰਜ਼ੀਆਂ ਕਰੇ। ਮਹਾਰਾਜ ਜੀ ਕਹਿੰਦੇ ਤੁਸੀਂ ਸਨਮੁਖ ਗੁਰਸਿੱਖ ਹੋ, ਤੁਹਾਨੂੰ ਸਿੱਖ ਹੋਣ ਦੀ ਪਦਵੀ ਅਸੀਂ ਬਖਸ਼ਦੇ ਹਾਂ। ਸੰਤਤ ਬ੍ਰਦੇ ਸਮੂਹ ਤੁਮਾਰੀ। ਤੁਹਾਡੀ ਸੰਤਾਨ ਬਹੁਤ ਵਧੇਗੀ, ਬਹੁਤ ਜ਼ਿਆਦਾ ਤੁਹਾਡੀ ਸੰਤਾਨ ਦੇ ਵਿੱਚ ਵਾਧਾ ਹੋਵੇਗਾ। ਤਿਨ ਕੋ ਸਿੱਖੀ ਦੀਨ ਆਗਾਰੀ। ਅੱਗੇ ਜਿਹੜੀ ਤੁਹਾਡੀ ਸੰਤਾਨ ਹੈ ਅਸੀਂ ਉਹਨਾਂ ਨੂੰ ਵੀ ਸਿੱਖੀ ਦੀ ਪਦਵੀ ਬਖਸ਼ੀ, ਉਹਨਾਂ ਨੂੰ ਵੀ ਸਿੱਖੀ ਦਾ ਦਾਨ ਦਿੱਤਾ। ਤੁਵ ਕੁਲ ਪੂਜੇ ਮੋਕੋ ਨੀਤ। ਜਿਹੜੀ ਤੇਰੀ ਕੁੱਲ ਹੈ ਅੱਗੇ ਹੋਵੇਗੀ ਮੋਰੀ, ਉਹ ਤੇਰੀ ਕੁੱਲ ਮੇਰੀ ਪੂਜਾ ਕਰੇਗੀ ਨਿਤ। ਤੇਰੀ ਕੁੱਲ ਵਿੱਚ ਮੇਰੀ ਪੂਜਾ ਰਹੇਗੀ। ਅਪਰ ਨਚੀਤ ਧਰੇ ਕਬ ਪ੍ਰੀਤ। ਤੇਰੀ ਕੁੱਲ ਵਿੱਚ ਜਿੰਨੇ ਜਨਮਣਗੇ ਉਹ ਸਾਰੇ ਮੇਰੀ ਪੂਜਾ ਕਰਨਗੇ, ਕਿਸੇ ਹੋਰ ਨੂੰ ਆਪਣੇ ਚਿੱਤ 'ਚ ਨਹੀਂ ਲਿਆਉਣਗੇ। ਮੈਂ ਹੀ ਦੇਵ ਸੋ ਪਿਤਰ ਜਠੇਰੇ। ਆਹ ਮਹਾਰਾਜ ਜੀ ਕਹਿੰਦੇ ਤੁਹਾਡੀ ਕੁੱਲ ਦਾ ਮੈਂ ਹੀ ਪਿਤਰ ਹਾਂ, ਮੈਂ ਹੀ ਜਠੇਰਾ ਹਾਂ, ਮੈਂ ਹੀ ਤੁਹਾਡਾ ਵੱਡਾ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਹਾਨੂੰ ਵੱਖਰੇ ਜਠੇਰੇ ਵੱਖਰੇ ਪਿਤਰਾਂ ਦੀ ਲੋੜ ਨਹੀਂ।
ਮਹਾਰਾਜ ਜੀ ਕਹਿੰਦੇ ਤੁਹਾਡੀ ਕੁਲ, ਜਿਵੇਂ ਆਮ ਕਰਕੇ ਕੁਲਾਂ 'ਚ ਪੂਜਦੇ ਆ ਨਾ, ਕੋਈ ਪਿਤਰਾਂ ਨੂੰ ਪੂਜਦਾ, ਕੋਈ ਜਠੇਰਿਆਂ ਨੂੰ ਪੂਜਦਾ, ਕੋਈ ਕਿਤੇ। ਮਹਾਰਾਜ ਕਹਿੰਦੇ ਤੁਹਾਡਾ ਜਠੇਰਾ ਵੀ ਮੈਂ, ਤੁਹਾਡਾ ਪਿੱਤਰ ਵੀ ਮੈਂ, ਤੇ ਤੁਹਾਡਾ ਵਡੇਰਾ ਦੇਵ ਮੈਂ। ਮੈਂ ਹੀ ਇਸ਼ਟ ਦੇਵ ਕੁਲ ਤੇਰੇ। ਤੇਰੀ ਕੁਲ ਦਾ ਮੈਂ ਹੀ ਇਸ਼ਟ ਦੇਵ ਹਾਂ, ਤੇਰੀ ਕੁਲ ਮੈਨੂੰ ਹੀ ਆਪਣਾ ਇਸ਼ਟ ਮੰਨੇਗੀ। ਹਾਂਜੀ, ਇਮ ਸੰਵਾਦ ਸੁਨਿਓ ਜਬ ਕਾਨ। ਇਹ ਵੱਡੀਆਂ ਬਖਸ਼ਿਸ਼ਾਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਨੂੰ ਬਖਸ਼ੀਆਂ। ਇਹ ਵੱਡਾ ਸਨਮਾਨ ਬਾਬਾ ਮੋਹਰੀ ਸਾਹਿਬ ਜੀ ਨੂੰ ਬਖਸ਼ਿਸ਼ ਹੋਇਆ। ਰਾਮਦਾਸ ਜੀ ਕੀ ਨ ਬਖਾਨ। ਇਹਦੇ ਬਾਬਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਕੋਲੋਂ ਬੋਲੇ, ਅਧਿਕ ਪ੍ਰੇਮ ਲੋਚਨ ਜਲ ਛਾਵਾ। ਬੋਲਦਿਆਂ ਗੁਰੂ ਰਾਮਦਾਸ ਸਾਹਿਬ ਜੀ ਦਾ ਕੰਠ ਭਰ ਆਇਆ, ਨੇਤਰ ਸਜਲ ਹੋ ਗਏ। ਖਾਲਸਾ ਜੀ, ਗੁਰੂ ਰਾਮਦਾਸ ਪਾਤਸ਼ਾਹ ਇਤਨੀ ਬੈਰਾਗ ਦੀ ਮੂਰਤ ਸਨ। ਮਹਾਂਪੁਰਸ਼ ਦੱਸਦੇ ਨੇਤਰਾਂ ਚੋਂ ਇਤਨਾ ਨੀਰ ਵਗਦਾ, ਅੰਮ੍ਰਿਤ ਵੇਲੇ ਦਾੜਾ ਸਾਰਾ, ਪਾਤਸ਼ਾਹ ਦਾ ਦਾੜਾ ਬਹੁਤ ਵਿਸ਼ਾਲ ਸੀ। ਗੁਰੂ ਰਾਮਦਾਸ ਪਾਤਸ਼ਾਹ ਦਾ ਦਾੜਾ ਭਿੱਜ ਜਾਣਾ, ਥੱਲੇ ਛੰਨਾ ਕਰਨਾ ਤੇ ਛੰਨਾ ਵੀ ਭਰ ਜੇ, ਇੰਨਾ ਜਲ ਨੇਤਰਾਂ ਚੋਂ ਵਗਦਾ। ਗੁਰਬਾਣੀ ਚ ਨਹੀਂ ਕਿਹਾ ਕੇਵਲ ਮੈਂ ਨੀਰ ਵਹੇ ਬਹਿ ਚੱਲੈ ਜੀਓ, ਐਸੀ ਅਵਸਥਾ ਸੀ ਮਹਾਰਾਜ ਜੀ ਦੀ। ਅਦਕ ਪ੍ਰੇਮ ਲੋਚਨ ਜਲ ਛਾਵਾ, ਗੁਰੂ ਰਾਮਦਾਸ ਪਾਤਸ਼ਾਹ ਦੇ ਨੇਤਰਾਂ ਵਿੱਚ ਜਲ ਛਾ ਗਿਆ। ਹਾਂਜੀ, ਗੁਰ ਚਰਿਤ੍ਰ ਹੀਰਤ ਬਿਸਮਾਵਾ। ਸਤਿਗੁਰਾਂ ਦਾ ਇਹ ਮਹਾਨ ਚਰਿੱਤਰ ਗੁਰੂ ਅਮਰਦਾਸ ਪਾਤਸ਼ਾਹ ਦਾ ਵੇਖ ਕੇ ਗੁਰੂ ਰਾਮਦਾਸ ਪਾਤਸ਼ਾਹ ਬੜੇ ਵਿਸਮਾਦ ਵਿੱਚ ਹਨ। ਸ਼੍ਰੀ ਪ੍ਰਭ ਮੁਝ ਸਿੱਖੀ ਪਦ ਦੀਜੇ। ਬਲਿਆਰ ਆਪ ਮੋਹਰੀ ਕੋ ਗੁਰ ਕੀਜੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਕੋਲ ਸੁਣਿਆ ਨਾ ਕਿ ਬਾਬੇ ਮੋਹਰੀ ਨੂੰ ਆਖਿਆ ਤੂੰ ਮੇਰਾ ਸਿੱਖ, ਤੇਰੀ ਸੰਤਾਨ ਨੂੰ ਮੈਂ ਸਿੱਖੀ ਪਦਵੀ ਦਿੰਨਾ, ਤੇ ਨੇਤਰ ਭਰੇ ਹੋਏ ਗੁਰੂ ਰਾਮਦਾਸ ਪਾਤਸ਼ਾਹ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਨੂੰ ਸਿੱਖੀ ਦਾ ਦਾਨ ਦੇ ਦਿਓ, ਗੁਰਿਆਈ ਬਾਬੇ ਮੋਹਰੀ ਨੂੰ ਬਖਸ਼ ਦਿਓ। ਸਿੱਖੀ ਦੀ ਪਦਵੀ ਬੜੀ ਉੱਚੀ ਹੈ। ਪਿੱਛੇ ਕਥਾ ਆਪ ਜੀ ਨੇ ਸੁਣੀ ਹੈ, ਬਾਬਾ ਪਾਰੋ ਜੀ ਪਰਮਹੰਸ ਮਹਾਰਾਜ ਜੀ ਕਹਿੰਦੇ ਪਾਰੋ ਜੀ ਤੁਹਾਨੂੰ ਗੁਰਿਆਈ ਦੇ ਦਈਏ। ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਸਿੱਖੀ ਬਖਸ਼ੋ। ਅੱਜ ਅਸੀਂ ਪਦਵੀਆਂ ਦੀ ਖਾਤਰ ਲੜਦੇ ਹਾਂ, ਝਗੜਦੇ ਹਾਂ, ਮੈਨੂੰ ਅਮਕੀ ਪਦਵੀ ਮਿਲ ਜੇ, ਮੈਂ ਅਮਕੀ ਪਦਵੀ ਤੇ ਪਹੁੰਚਾਂ। ਖਾਲਸਾ ਜੀ, ਗੁਰ ਸਿੱਖ ਦੀ ਪਦਵੀ ਜਦੋਂ ਸਤਿਗੁਰੂ ਜੀ ਕਿਸੇ ਸਿੱਖ ਨੂੰ ਬਖਸ਼ਦੇ ਨੇ, ਉਹ ਸਭ ਤੋਂ ਵੱਡਾ ਰੁਤਬਾ ਹੈ। ਉਸ ਰੁਤਬੇ ਤੋਂ ਵੱਡਾ ਕੋਈ ਰੁਤਬਾ ਨਹੀਂ, ਗੁਰਸਿੱਖੀ ਦੀ ਪਦਵੀ। ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਨੇ ਨੇਤਰ ਭਰਿਆਂ ਨਾਲ, ਮਹਾਰਾਜ ਸ੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ, ਆਪ ਮੋਹਰੀ ਕੋ ਗੁਰ ਕੀਜੈ। ਮਹਾਰਾਜ ਜੀ ਮੈਨੂੰ ਆਪਣੀ ਸਿੱਖੀ ਦੀ ਪਦਵੀ ਬਖਸ਼ ਦਿਓ, ਗੁਰੂ ਬਣਾਉਣਾ ਤੇ ਬਾਬੇ ਮੋਹਰੀ ਨੂੰ ਬਣਾ ਦਿਓ। ਮੈਂ ਹੋਂ ਦਾਸ ਆਪ ਕੋ ਜੈਸੇ। ਮਹਾਰਾਜ ਜੀ ਜਿਵੇਂ ਮੈਂ ਆਪ ਜੀ ਦੇ ਚਰਨਾਂ ਦਾ ਦਾਸ ਹਾਂ ਇਸ ਵੇਲੇ ਤਾਈਂ, ਨਿਜ ਮਨ ਤੇ ਜਾਨ ਤੈਨ ਤੈਸੇ। ਮੈਂ ਆਪਣੇ ਮਨੋਂ ਇਹਨਾਂ ਦਾ ਦਾਸ ਬਣ ਕੇ ਅੱਗੋਂ ਰਹਾਂਗਾ। ਇਹਨਾਂ ਨੂੰ ਗੁਰੂ ਬਣਾ ਦਿਓ, ਗੁਰੂ ਪਦਵੀ ਇਹਨਾਂ ਨੂੰ ਬਖਸ਼ ਦਿਓ। ਜਿਵੇਂ ਤੁਹਾਡਾ ਹੁਣ ਤਾਈਂ ਦਾਸ ਰਿਹਾ, ਸਿੱਖ ਬਣ ਕੇ, ਸੇਵਕ ਬਣ ਕੇ ਸਿੱਖੀ ਪਦਵੀ ਦੇ ਦਿਓ ਮੈਨੂੰ। ਤੁਹਾਡੇ ਤੋਂ ਬਾਅਦ ਵੀ ਇਹਨਾਂ ਦਾ ਉਸੇ ਤਰ੍ਹਾਂ ਦਾਸ ਬਣ ਕੇ ਰਹਾਂਗਾ। ਗੁਰਤਾ ਉਚਿਤ ਜੁਗਮ ਤੁਮ ਨੰਦਨ। ਮਹਾਰਾਜ ਤੁਹਾਡੇ ਦੋਨੋਂ ਸਾਹਿਬਜ਼ਾਦੇ ਇੱਕ ਦੂ ਇੱਕ ਚੜੰਦੀਆਂ ਹਨ, ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਦੋਵੇਂ ਗੁਰਤਾ ਦੇ ਯੋਗ ਹਨ। ਮੋਕੋ ਉਚਿਤ ਇਨੋ ਪਗ ਬੰਦਨ। ਆਇਆ ਗੁਰੂ ਰਾਮਦਾਸ ਪਾਤਸ਼ਾਹ ਦੀ ਅਤ ਦੀ ਬਿਨਮਰਤਾ। ਬਲਿਆਰ ਜਾਈਏ, ਕਹਿੰਦੇ ਮੈਂ ਤਾਂ ਇਹਨਾਂ ਦੇ ਚਰਨਾਂ 'ਚ ਨਮਸਕਾਰ ਕਰਾਂ, ਇਹਨਾਂ ਦਾ ਦਾਸ ਬਣ ਕੇ, ਮੇਰੇ ਲਈ ਇਹੀ ਯੋਗ ਹੈ। ਮੈਂ ਤਾਂ ਇਹਨਾਂ ਦਾ ਦਾਸ ਬਣ ਕੇ ਇਹਨਾਂ ਦੇ ਚਰਨਾਂ ਤੇ ਬੰਦਨਾ ਕਰਾਂ,
ਮੇਰੇ ਲਈ ਇਹੀ ਯੋਗ ਹੈ, ਉਚਿਤ ਹੈ। ਸ੍ਰੀ ਗੁਰ ਸੁਨਤ ਪ੍ਰਸੰਗ ਚਿਤਾਰਾ। ਸੁਣ ਕੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬੋਲੇ, ਹਮਨੇ ਦੋਨੋਂ ਹੁਤੋ ਤੁਮਾਰਾ। ਮਹਾਰਾਜ ਜੀ ਕਹਿਣ ਲੱਗੇ, ਸ੍ਰੀ ਗੁਰੂ ਰਾਮਦਾਸ ਜੀ ਇਹ ਤੁਹਾਡੀ ਪਦਵੀ ਸੀ, ਅਸੀਂ ਇਹ ਤੁਹਾਨੂੰ ਦੇਣਾ ਸੀ ਦਾਨ, ਇਹ ਤੁਹਾਨੂੰ ਦਾਨ ਦੇਣਾ ਸੀ ਅਸਾਂ ਨੇ। ਹਾਂਜੀ, ਪੂਰਬ ਕਿਉ ਹੁਤੋ ਵਰਦਾਨਾ। ਇਹ ਵਰ ਦਾ ਸਮਾਂ ਕਲਗੀਧਰ ਜੀ ਨੇ ਬਚਿੱਤਰ ਨਾਟਕ ਵਿੱਚ ਇਹ ਸਾਰੇ ਬਚਨ ਲਿਖੇ ਆ ਦਸਵੇਂ ਪਾਤਸ਼ਾਹ ਨੇ। ਕਹਿੰਦੇ ਵਰ ਦੇਣ ਦਾ ਸਮਾਂ ਸੀ, ਦਿੱਤਾ ਸੀ ਹੋਇਆ ਸੋਢੀਆਂ ਨੂੰ। ਹਾਂਜੀ, ਤਿਸ ਕੋ ਦੇਨ ਸਮੋ ਅਬ ਜਾਨਾ। ਉਹ ਵਰ ਦੇਣ ਦਾ ਹੁਣ ਸਮਾਂ ਸੀ, ਇਹ ਧੁਰ ਦਰਗਾਹ ਤੋਂ ਫੈਸਲਾ ਸੀ। ਤੁਹਾਡੇ ਮਸਤਕ ਦੇ ਉੱਤੇ ਪਹਿਲਾਂ ਹੀ ਨਿਰੰਕਾਰ ਨੇ ਨਿਸ਼ਾਨ ਪਾ ਕੇ ਭੇਜਿਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਚੌਥੇ ਸਵਰੂਪ ਹੋ। ਅਤ ਗਰੀਬ ਏਉ ਸੰਤਤ ਮੇਰੀ। ਮਹਾਰਾਜ ਜੀ ਕਹਿਣ ਲੱਗੇ, ਮੇਰੀ ਇਹ ਸੰਤਾਨ ਅਤ ਗਰੀਬ ਹੈ। ਅਤ ਗਰੀਬ ਯਾਨੀ ਕਿ ਇਹਨਾਂ ਨੇ ਆਪਣੇ ਹਿਰਦੇ 'ਚ ਗਰੀਬੀ ਧਾਰੀ ਹੈ। ਨਿਰਹੰਕਾਰ ਨਾ ਹੋਏ ਕਿਸ ਬੈਰੀ। ਇਹ ਨਿਰੰਕਾਰ ਹੈ, ਇਹ ਕਦੇ ਤੁਹਾਡੇ ਵੈਰੀ ਨਹੀਂ ਹੋਣਗੇ। ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਹੋਣਾ ਦੇ ਪਰਿਵਾਰ ਨੇ ਕਦੇ ਗੁਰੂ ਘਰ ਦਾ ਵਿਰੋਧ ਨਹੀਂ ਕੀਤਾ। ਕੇਵਲ ਧੀਰਮਲ ਤੇ ਬਾਬੇ ਪ੍ਰਿਥੀ ਚੰਦ ਤੇ ਰਾਮ ਰਾਏ ਵਰਗਿਆਂ ਵੱਲੋਂ ਕੁਝ ਵਧੀਕੀਆਂ ਹੋਈਆਂ, ਪਰ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਪਰਿਵਾਰ ਨੇ ਕਦੇ ਵੀ ਗੁਰੂ ਘਰ ਦਾ, ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਨੇ, ਬੇਦੀਆਂ ਨੇ, ਤ੍ਰੇਣਾ ਤੇ ਭੱਲਿਆਂ ਨੇ ਕਦੇ ਸਤਿਗੁਰਾਂ ਦੇ ਘਰ ਦਾ ਵਿਰੋਧ ਨਹੀਂ ਕੀਤਾ। ਮਹਾਰਾਜ ਜੀ ਕਹਿਣ ਲੱਗੇ, ਗਰੀਬੀ ਭਾਵ ਰੱਖਣਗੇ ਹਿਰਦੇ 'ਚ ਗੁਰੂ ਰਾਮਦਾਸ ਜੀ, ਇਹ ਕਦੇ ਤੁਹਾਡੇ ਨਾਲ ਵੈਰ ਨਹੀਂ ਰੱਖਣਗੇ, ਨਿਰਵੈਰ ਹੋ ਕੇ ਰਹਿਣਗੇ ਗੁਰੂ ਘਰ ਨਾਲ। ਕੀਜੇ ਇਨ ਕੀ ਨਿਤ ਪ੍ਰਤਪਾਲਾ। ਮਹਾਰਾਜ ਜੀ ਕਹਿੰਦੇ ਇਹਨਾਂ ਦੀ ਵੀ ਪਾਲਣਾ ਕਰਿਓ, ਇਹ ਵੀ ਤੁਹਾਡੇ ਹਨ। ਗੁਰੂ ਰਾਮਦਾਸ ਪਾਤਸ਼ਾਹ ਨੂੰ ਕਹਿੰਦੇ ਇਹ ਵੀ ਤੁਹਾਡੇ ਨੇ, ਇਹਨਾਂ ਦੀ ਵੀ ਪਾਲਣਾ ਕਰਿਓ। ਮਿਲੇ ਰਹੋ ਕਰ ਪ੍ਰੀਤ ਬਿਸਾਲਾ। ਇਹਨਾਂ ਨਾਲ ਮਿਲ ਕੇ ਰਹੋ, ਪ੍ਰੀਤ ਕਰਕੇ, ਪ੍ਰੇਮ ਕਰਕੇ। ਜਦੋਂ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੰਗਾਂ ਯੁੱਧਾਂ ਦਾ ਸਮਾਂ ਆਇਆ ਨਾ ਅੰਮ੍ਰਿਤਸਰ ਸਾਹਿਬ, ਉਦੋਂ ਖਾਲਸਾ ਜੀ ਪਰਿਵਾਰ ਨੂੰ ਇੱਥੇ ਹੀ ਛੱਡਿਆ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਇੱਧਰ ਦੁਆਬੇ ਦੇ ਇਲਾਕੇ ਨੂੰ ਚਲੇ ਗਏ, ਪਰਿਵਾਰ ਇੱਥੇ ਛੱਡ ਗਏ। ਵੱਡੀ ਸਾਂਝ ਰਹੀ ਗੁਰੂ ਅਮਰਦਾਸ ਪਾਤਸ਼ਾਹ ਦੇ ਪਰਿਵਾਰ ਨਾਲ, ਗੋਇੰਦਵਾਲ ਸਾਹਿਬ ਤੋਂ। ਮਹਾਰਾਜ ਜੀ ਕਹਿੰਦੇ ਇਹਨਾਂ ਨਾਲ ਪ੍ਰੇਮ ਰੱਖਿਓ, ਪ੍ਰੀਤ ਰੱਖਿਓ। ਆਨ ਇਕੱਤਰ ਪਇਓ ਪਰਵਾਰੂ। ਇਹਨੇ ਨੂੰ ਸਤਿਗੁਰਾਂ ਦਾ ਸਾਰਾ ਪਰਿਵਾਰ ਆਣ ਕੇ ਇਕੱਤਰ ਹੋਇਆ। ਹੀਰੇ ਸਤਿਗੁਰ ਕੇ ਵਿਵਹਾਰੂ। ਸਾਰੇ ਮਹਾਰਾਜ ਜੀ ਦਾ ਵਿਵਹਾਰ ਵੇਖ ਰਹੇ ਹਨ। ਉੱਠ ਕਰ ਵੱਡ ਭਾਗਨ ਤਬ ਭਾਨੀ। ਵੱਡੇ ਭਾਗਾਂ ਵਾਲੇ ਸਤਿਕਾਰਯੋਗ ਮਾਤਾ ਭਾਨੀ ਜੀ ਪਿਤ ਆਗੇ ਕਰ ਜੋਰ ਬਖਾਨੀ। ਨਮਸਕਾਰ ਕਰਕੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭ ਤੁਮ ਬਖਸ਼ੀ ਗੁਰ ਆਈ। ਕਹਿਣ ਲੱਗੇ, ਹੇ ਪਿਤਾ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਮੇਰੇ ਪਤੀ ਨੂੰ ਗੁਰਿਆਈ ਪਦਵੀ ਦਿੱਤੀ ਹੈ। ਰਹੇ ਹਮਾਰੇ ਬੰਸ ਸਦਾਈ। ਮਹਾਰਾਜ ਹੁਣ ਕਿਰਪਾ ਕਰੋ, ਇਹ ਸਾਡੇ ਹੀ ਬੰਸ 'ਚ ਰਹੇਗੀ। ਹਾਂਜੀ, ਹੋਏ ਨਾ ਅਸਕੋ ਦਾਸ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ ਕਿਉਂ ਕਹਿਣਾ ਪਿਆ ਮਾਤਾ ਜੀ ਨੂੰ ਕਿ ਗੁਰੂ ਪੁੱਤਰ ਜਿਹੜੇ ਨੇ ਉਹ ਪਹਿਲਾਂ ਵੀ ਗੁਰੂ ਅੰਗਦ ਸਾਹਿਬ ਦੇ ਸਮੇਂ, ਗੁਰੂ ਨਾਨਕ ਸਾਹਿਬ ਦੇ ਸਮੇਂ ਇਹ ਖੇਡ ਵੇਖ ਲਈ ਕਿ ਗੁਰੂ ਪੁੱਤਰਾਂ ਨੂੰ ਪਾਸੇ ਕਰਕੇ ਦਾਸ ਨੂੰ ਵਡਿਆਈ ਮਿਲੀ ਹੈ ਤੇ ਵਿਰੋਧ ਹੋ ਜਾਂਦਾ ਹੈ ਅਕਸਰ ਸੁਭਾਵਕ। ਤੋ ਮਹਾਰਾਜ ਜੀ ਕਿਰਪਾ ਕਰੋ, ਇਹ ਹੁਣ ਗੁਰੂ ਰਾਮਦਾਸ ਪਾਤਸ਼ਾਹ ਦੀ ਵੰਸ਼ ਵਿੱਚ ਹੀ ਰਵੇ, ਅੱਗੋਂ ਇਹਨਾਂ ਦੀ ਸੰਤਾਨ ਦੇ ਵਿੱਚ ਹੀ ਇਹ ਵਡਿਆਈ ਰਹੇ। ਕਰ ਸੇਵਾ ਲੇਵੇਂ ਪਦ ਭਾਰੀ। ਹਾਂ, ਮਿਲੇ ਉਹਨੂੰ ਜਿਹੜਾ ਸੇਵਾ ਕਰੇ, ਜਿਹੜਾ ਅਧਿਕਾਰੀ ਹੋਵੇ। ਹਾਂਜੀ, ਬਰ ਨਿਜ ਦੇਵੋ ਨਾ ਜਾਵੇ ਆਨ। ਮਹਾਰਾਜ ਜੀ ਇਹ ਬਖਸ਼ਿਸ਼ ਕਰੋ, ਰਹੇ ਸਥਿਰ ਅਬ ਹੀ ਇਸ ਥਾਨ। ਕਿ ਹੁਣ ਸੋਢੀਆਂ ਚੋਂ ਇਹ ਵਡਿਆਈ ਬਾਹਰ ਨਾ ਜਾਵੇ, ਸੋਢੀਆਂ ਦੇ ਵਿੱਚੋਂ ਇਹ ਗੁਰਤਾ ਬਾਹਰ ਨਾ ਜਾਵੇ। ਭਾਈ ਗੁਰਦਾਸ ਜੀ ਨੇ ਵੀ ਇਹਦੀ ਗਵਾਹੀ ਭਰੀ ਹੈ। ਸੁਨਤ ਕਿਰਪਾਲ ਹੋਏ ਬਚ ਕਹੇ। ਕਿਰਪਾਲੂ ਦਿਆਲੂ ਸਤਿਗੁਰੂ ਜੀ ਸੁਣ ਕੇ ਬੋਲੇ, ਨੈ ਕਿਤ ਜਾਏ ਤੁਮੋ ਘਰ ਰਹੇ। ਮਹਾਰਾਜ ਜੀ ਕਹਿੰਦੇ ਹੁਣ ਤੁਹਾਡੇ ਘਰ 'ਚ ਹੀ ਰਹਿਣੀ ਹੈ ਵਡਿਆਈ ਸੋਢੀਆਂ ਦੀ ਕੁੱਲ 'ਚ। ਚੱਲੀ ਪੀੜੀ ਸੋਢੀਆਂ,
ਰੂਪ ਦਿਖਾਵਣ ਵਾਰੋ ਵਾਰੀ। ਹਾਂਜੀ, ਤਉ ਬਿਮਲ ਸਲਤਾ ਜਲ ਚਲਤਾ। ਪਰ ਸਮਾਂ ਆਉਣ ਵਾਲੇ ਸਮੇਂ 'ਚ ਜਾਣਦੇ ਨੇ ਵੀ ਬੜੇ ਔਖੇ ਭਾਰੇ ਸਮੇਂ ਵੀ ਆਉਣੇ, ਆਉਣ ਵਾਲੇ ਸਮੇਂ 'ਚ ਜੰਗਾਂ ਯੁੱਧਾਂ ਦੇ ਵੇਲੇ ਆਉਣੇ ਹਨ, ਸ਼ਹੀਦੀਆਂ ਹੋਣੀਆਂ ਹਨ। ਤੋ ਮਹਾਰਾਜ ਜੀ ਉਹ ਵੀ ਬਚਨ ਕਰ ਰਹੇ ਨੇ। ਪਾਇਓ ਬੰਧਨ ਆਗੇ ਢਲਤਾ। ਕਿ ਜਿਵੇਂ ਚੱਲਦਾ ਪ੍ਰਵਾਹ ਹੁੰਦਾ ਨੀਰ ਦਰਿਆ ਦਾ, ਉਹਨੂੰ ਰੋਕ ਲਿਆ ਜਾਵੇ। ਹੋਏ ਕਲੇਸ਼ ਉਪਦਰਵ ਭਾਰੇ। ਤੇ ਫਿਰ ਉਹ ਉਪਦਰਵ ਹੁੰਦਾ, ਕਲੇਸ਼ ਹੁੰਦਾ, ਜਿਨ ਕੋ ਨਾ ਸਕੇ ਨਿਰਵਾਰੇ। ਮਹਾਰਾਜ ਜੀ ਕਹਿੰਦੇ ਭਾਈ ਉਹ ਆਉਣ ਵਾਲੇ ਸਮੇਂ ਵਿੱਚ ਵੀ ਔਖੇ ਸਮੇਂ ਆਉਣੇ ਹਨ, ਜਿਨ੍ਹਾਂ ਨੂੰ ਨਿਵਾਰਨਾ ਔਖਾ ਹੋਵੇਗਾ। ਲక్ష్ਮੀ ਸ਼੍ਰੀ ਨਾਨਕ ਟੇਗੇ ਗਈ। ਕਹਿੰਦੇ ਇੱਕ ਵਾਰੀ ਲక్ష్ਮੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਗਈ। ਦਵਾਦਸ਼ ਕੋਸ ਦੂਰ ਥਿਰ ਥਈ। ਉਹਨਾਂ ਨੇ 12 ਕੋ ਦੂਰ ਰੱਖਿਆ, ਲక్ష్ਮੀ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ। ਖਸ਼ਟ ਕੋਸ਼ ਸ਼੍ਰੀ ਅੰਗਦ ਰਾਖੀ। 6 ਕੋ ਤਾਈਂ ਗੁਰੂ ਅੰਗਦ ਸਾਹਿਬ ਨੇ ਰੱਖਿਆ ਦੂਰ। ਨਿਕਟ ਹੋਣ ਕੋ ਤਿਨੋ ਨਾ ਪਾਖੀ। ਉਹਨਾਂ ਨੇ ਵੀ ਨੇੜੇ ਆਉਣ ਦੀ ਆਗਿਆ ਨਹੀਂ ਕੀਤੀ ਲక్ష్ਮੀ ਨੂੰ। ਆਨ ਹਮਾਰੇ ਠਾਂਡੀ ਦਵਾਰ। ਸਾਡੇ ਵੇਲੇ ਦਰਵਾਜ਼ੇ ਤੇ ਆਣ ਖਲੋਤੀ, ਰਸਤਾ ਬਸਤਾਂ ਦੇ ਗੱਡੇ ਭਰ ਕੇ ਖਲੋਤੇ ਰਹਿੰਦੇ, ਅਸੀਂ ਉਹਨਾਂ ਕੀ ਲੈਂਦੇ ਜਿੰਨਾ ਕਿ ਇੱਕ ਦਿਨ ਚੰਗੀ ਕਾਰ ਹੁੰਦਾ। ਹਾਂਜੀ, ਕਰਿਓ ਆਪਨੋ ਜੋਰ ਉਦਾਰ। ਉਹਨੇ ਹੁਣ ਬੇਨਤੀ ਕੀਤੀ ਹੋਈ ਆ ਵੀ ਮੈਨੂੰ ਵੀ ਸਵੀਕਾਰ ਕਰੋ, ਮੈਨੂੰ ਵੀ ਅੰਗੀਕਾਰ ਕਰੋ। ਪੈਸਕਾਰ ਅੰਤਰ ਨੇ ਭਇਓ। ਪਰ ਅਸੀਂ ਉਹਨੂੰ ਆਪਣੇ ਦਰਵਾਜ਼ੇ ਦੇ ਅੰਦਰ ਨਹੀਂ ਆਉਣ ਦਿੱਤਾ। ਖਰੀ ਰਹੀ ਦਰ ਪਰ ਹਿਤ ਲਇਓ। ਦਰਵਾਜ਼ੇ ਤੇ ਖਲੋਤੀ ਟਹਿਲ ਕਰਦੀ ਰਹੀ। ਅਬ ਤੁਮਰੇ ਘਰ ਵਿਖੇ ਪ੍ਰਵੇਸ਼ੀ। ਤੇ ਹੁਣ ਉਹ ਤੁਹਾਡੇ ਘਰ 'ਚ ਪ੍ਰਵੇਸ਼ ਕਰਕੇ ਸੇਵਾ ਟਹਿਲ ਕਰੇਗੀ। ਜਿਹੜੀ ਮਸੰਦ ਪ੍ਰਥਾ ਸ਼ੁਰੂ ਹੋਈ ਸੰਗਤ ਕੋਲੋਂ ਮਾਇਆ ਦਸਵੰਧ ਦੀ ਇਕੱਤਰ ਕਰਨ ਦੀ, ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਸਮੇਂ ਆਰੰਭ ਹੋਈ। ਕਿਉਂਕਿ ਗੁਰੂ ਘਰਾਂ ਦੇ ਕਾਰਜ ਹੋਣੇ, ਦਰਬਾਰ ਬਣਨੇ, ਸਰੋਵਰ ਬਣਨੇ, ਲੰਗਰ ਚੱਲਣੇ, ਉਹਦੇ ਲਈ ਮਾਇਆ ਦੀ ਵੀ ਜ਼ਰੂਰਤ ਹੈ। ਤੋ ਮਹਾਰਾਜ ਜੀ ਬਚਨ ਕਰ ਰਹੇ ਨੇ ਗੁਰੂ ਅਮਰਦਾਸ ਪਾਤਸ਼ਾਹ। ਕਹਿੰਦੇ ਹੁਣੇ ਤੁਹਾਡੇ ਘਰ 'ਚ ਪ੍ਰਵੇਸ਼ ਹੋ ਕੇ ਸੇਵਾ ਕਰੇਗੀ। ਬਿਗਨ ਕਲੇਸ਼ਨ ਵਿਖੇ ਵਿਸ਼ੇਸ਼ੀ। ਇਹ ਸੁਭਾਵਕ ਹੈ, ਜਿੱਥੇ ਆਉਂਦੀ ਆ ਬਿਗਨ ਵੀ ਪਾਉਂਦੀ ਹੈ। ਤਦੇ ਬਾਬੇ ਪ੍ਰਿਥੀਏ ਵਰਗਿਆਂ ਨੇ, ਧੀਰਮਲ ਵਰਗਿਆਂ ਨੇ ਕਲੇਸ਼ ਵੀ ਰੱਖਿਆ। ਮਹਾਰਾਜ ਜੀ ਕਹਿੰਦੇ ਫਿਰ ਜਿੱਥੇ ਆਉਂਦੀ ਹੈ ਮਾਇਆ ਲక్ష్ਮੀ, ਇਹ ਫਿਰ ਆਪਣੇ ਬਿਗਨ ਕਲੇਸ਼ ਵੀ ਪਾਉਂਦੀ ਹੈ। ਤਉ ਅਲੇਪ ਰਹੇ ਇਸ ਮਾਈ। ਪਰ ਤੁਸੀਂ ਅਲੇਪ ਰਹੋਗੇ ਇਹਦੇ ਵਿੱਚ, ਗੁਰੂ ਕੇ ਇਹਦੇ ਚ ਅਲੇਪ ਰਹਿਣਗੇ। ਇਸਕੇ ਦੋਸ਼ ਸਕੇ ਛੈ ਨਾਈ। ਮਾਇਆ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਆਵੇਗਾ, ਇਹਦਾ ਦੋਸ਼ ਤੁਹਾਡੇ ਤੇ ਨਹੀਂ ਸਪਰਸ਼ ਕਰੇਗਾ। ਦੋਹਰਾ ਇਸ ਪ੍ਰਕਾਰ ਬਰ ਗੁਰ ਦਏ। ਮੁਦਤ ਸੁਤਾਹਿਤ ਮਾਨ। ਇਹ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਮਾਤਾ ਭਾਨੀ ਜੀ ਤੇ ਕੀਤੀਆਂ। ਇਹ ਬਖਸ਼ਿਸ਼ਾਂ, ਇਹ ਵਰ ਬਖਸ਼ਿਸ਼ ਕਰਕੇ ਖੁਸ਼ੀ ਬਖਸ਼ੀ। ਰਾਮਦਾਸ ਸ਼੍ਰੀ ਸਤਿਗੁਰ ਕੀਨੇ ਬਿਦਤ ਜਹਾਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰੂ ਜੀ ਨੂੰ ਸਾਰੇ ਜਹਾਨ ਵਿੱਚ, ਸਾਰੇ ਜਗਤ ਵਿੱਚ ਵਿਦਤ ਕੀਤਾ, ਪ੍ਰਗਟ ਕੀਤਾ। ਦੋਹਰਾ ਬੁੱਢੇ ਸੰਮਤ ਗੁਰੂ ਹੋਏ, ਪੈਸੇ ਪੰਜ ਨਲੇਰ। ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ 5 ਪੈਸੇ ਤੇ ਸ਼੍ਰੀ ਫਲ ਲੈ ਕੇ ਰਾਮਦਾਸ ਕੀ ਪੇਟ ਧਰ, ਕਿਰਪਾ ਦ੍ਰਿਸ਼ਟ ਕੋ ਹੇਰ। ਸ੍ਰੀ ਗੁਰੂ ਰਾਮਦਾਸ ਜੀ ਨੂੰ ਇਹ ਭੇਟਾ ਰੱਖ ਕੇ ਤਿੰਨੇ ਪਾਸੇ ਮਹਾਰਾਜ ਜੀ ਦੇ ਚਾਰੇ ਪਾਸੇ ਪ੍ਰਕਰਮਾ ਕੀਤੀਆਂ। ਚੌਪਈ ਕਰੀ ਪ੍ਰਦਛਨ ਫਿਰ ਚੌ ਓਰੇ। 3 ਪ੍ਰਕਰਮਾ ਕੀਤੀਆਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਾਰੇ ਪਾਸੇ ਫਿਰ ਕੇ। ਬੰਧਨ ਕਰਤ ਭਏ ਕਰ ਜੋਰੇ। ਹੱਥ ਜੋੜ ਕੇ ਬੰਦਨਾ ਕੀਤੀ। ਤਬੈ ਮੋਹਰੀ ਸੰਗਤ ਹੋਇ ਕੈ। ਬਾਬਾ ਮੋਹਰੀ ਜੀ ਸਾਰੀ ਸੰਗਤ ਦੇ ਸਨਮੁਖ ਹੋ ਕੇ ਮੋਹਰੀ ਕੀਏ ਸਿਰ ਨੈ ਕੈ। ਸਭ ਤੋਂ ਪਹਿਲਾਂ ਬਾਬਾ ਮੋਹਰੀ ਜੀ ਨੇ ਪ੍ਰਣਾਮ ਕੀਤੀ, ਮੁੜ ਕੇ ਸਾਰੀ ਸੰਗਤ ਨੇ ਨਮਸਕਾਰ ਕੀਤੀ। ਉਨ ਸਭ ਸਿੱਖਨ ਕੀ ਨਸਬੰਦ
ਬੰਦਨ ਫਿਰ ਸਾਰੀ ਸੰਗਤ ਨੇ ਬੰਦਨਾ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ। ਜਾਨ ਗੁਰੂ ਗਨ ਪਾਪ ਨਿਕੰਦਨ ਗੁਰੂ ਪਾਤਸ਼ਾਹ ਨੂੰ ਨਮਸਕਾਰ ਇਸ ਭਾਵਨਾ ਨਾਲ ਕੀਤੀ ਕਿ ਗੁਰਦੇਵ ਨੂੰ ਨਮਸਕਾਰ ਕੀਤਿਆਂ ਪਾਪ ਕੱਟੇ ਜਾਂਦੇ ਹਨ। ਸਤਿਗੁਰਾਂ ਨੂੰ ਬੰਦਨਾ ਕੀਤਿਆਂ ਪਾਪ ਕੱਟੇ ਜਾਂਦੇ ਹਨ। ਇਮਦੈ ਕਰ ਸਭ ਜਗ ਗੁਰਿਆਈ ਸਾਰੇ ਜਗਤ ਦੀ ਗੁਰਿਆਈ ਧੰਨ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕਰਕੇ ਹਿਤ ਪਰਲੋਕ ਵੈ ਤਿਆਰ ਗੁਸਾਈ। ਜਗਤ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਸੱਚਖੰਡ ਜਾਣ ਦੇ ਤਿਆਰੇ ਕਰ ਲਏ। ਨੇਤਰ ਪ੍ਰਫੁੱਲਿਤ ਜਨ ਅਰਬਿੰਦਾ ਕਹਿੰਦੇ ਨੇਤਰ ਖਿੜੇ ਹੋਏ ਨੇ, ਮਾਨੋ ਜਿਵੇਂ ਕੋਈ ਕਮਲ ਦਾ ਫੁੱਲ ਨਹੀਂ ਖਿੜਿਆ ਹੁੰਦਾ, ਏਦਾਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨੇਤਰ ਖਿੜੇ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨੇਤਰ ਖਿੜੇ ਹੋਏ ਨੇ। ਦੀਪਤ ਬਦਨ ਦੁਤੀਂਦ ਮਨਿੰਦਾ ਮਹਾਰਾਜ ਜੀ ਦਾ ਮੁਖ ਮੰਡਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਇਉਂ ਚਮਕ ਰਿਹਾ ਹੈ ਮਾਨੋ ਜਿਵੇਂ ਚੰਦਰਮਾ ਹੋਵੇ। ਦਾਸਨ ਦੇਤ ਆਨੰਦ ਬਿਲੰਦਾ ਐਸਾ ਸੁੰਦਰ ਮੁਖੜਾ ਸਤਿਗੁਰਾਂ ਦਾ ਚੰਦਰਮਾ ਜੈਸਾ ਪ੍ਰਕਾਸ਼ ਰਿਹਾ ਹੈ ਜਿਹੜਾ ਆਪਣਿਆਂ ਦਾਸਾਂ ਤੇ ਸੇਵਕਾਂ ਨੂੰ ਸੁਖ ਦਿੰਦਾ ਹੈ। ਸੁਦਾ ਗਿਰਾ ਦੁਖ ਦੁੰਦ ਨਿਕੰਦਾ ਮਹਾਰਾਜ ਜੀ ਦੇ ਮੁਖ ਮੰਡਲ ਵਿੱਚੋਂ ਅੰਮ੍ਰਿਤ ਜੈਸੀ ਬਾਣੀ ਹੈ। ਜਿਵੇਂ ਚੰਦਰਮਾ ਚੋਂ ਅੰਮ੍ਰਿਤ ਸਰਵਦਾ ਨਾ, ਏਦਾਂ ਗੁਰਦੇਵ ਦੇ ਮੁਖ ਮੰਡਲ ਚੋਂ ਨਿਕਲੇ ਜਿਹੜੇ ਬਚਨ ਨੇ ਉਹ ਅੰਮ੍ਰਿਤ ਦੇ ਮਨਿੰਦ ਹਨ ਗੁਰਸਿੱਖਾਂ ਵਾਸਤੇ। ਜੈ ਕੈ ਪ੍ਰਗਟ ਵਿਸਾਲ ਪ੍ਰਸੰਗਾ ਇਹ ਪ੍ਰਸੰਗ ਹੁਣ ਸਾਰੇ ਇਲਾਕੇ ਚ ਆਲੇ ਦੁਆਲੇ ਨਗਰਾਂ ਸ਼ਹਿਰਾਂ 'ਚ ਖਬਰ ਪਹੁੰਚ ਗਈ ਕਿ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਸੱਚਖੰਡ ਜਾਣ ਦੇ ਤਿਆਰੇ ਕਰ ਲਏ ਹਨ। ਤਨ ਕੋ ਤਜੇ ਸੁਛਾਂਦੇ ਉਮੰਗਾ ਸੁਖੰਦ ਹੋ ਕੇ ਸੁਤੰਤਰ ਹੋ ਕੇ ਆਪਣੀ ਸਵੈ ਇੱਛਾ ਨਾਲ ਸਤਿਗੁਰੂ ਜੀ ਨੇ ਆਪਣਾ ਸਰੀਰ ਤਿਆਗਣਾ ਹੈ। ਸੁਨ ਸੁਨ ਨਿਕਟ ਗ੍ਰਾਮ ਨਰ ਜੇਈ ਨੇੜੇ ਤੇੜੇ ਦੇ ਪਿੰਡਾਂ ਦੇ ਜਿਤਨੇ ਵੀ ਨਰ ਹਨ ਸਭ ਆਉਣ ਲੱਗੇ। ਹੀਤ ਦਰਸ ਬੇ ਪਹੁੰਚੇ ਤੇਈ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਉਮੜ ਕੇ ਆਉਣ ਲੱਗੇ। ਵਾਹਨ ਪਰ ਅਰਹੁ ਕੈ ਆਏ ਕਈ ਵਾਹਨਾਂ ਤੇ ਸਵਾਰ ਹੋ ਕੇ ਆਏ, ਕਾਹਲੀ ਨਾਲ ਕੇ ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ। ਕੋ ਪਾਇਨ ਤੇ ਤੂਰਨ ਧਾਏ ਕਈ ਪੈਦਲ ਹੀ ਦੌੜ ਕੇ ਆਏ, ਕਾਹਲੀ ਨਾਲ ਚੱਲ ਕੇ ਕਿ ਸਤਿਗੁਰਾਂ ਦੇ ਅੰਤਲੇ ਦਰਸ਼ਨ ਹਨ। ਦੁਰਲਭ ਦਰਸ਼ਨ ਵੱਡ ਫਲ ਦਾਤਾ ਦੁਰਲਭ ਦਰਸ਼ਨ ਨੇ ਗੁਰੂ ਅਮਰਦਾਸ ਜੀ ਦੇ। ਇਹ ਮੂਰਤ ਦੇ ਮੁੜ ਕੇ ਐਸੇ ਸੁੰਦਰ ਸਰੂਪ ਦੇ ਦਰਸ਼ਨ ਨਹੀਂ ਹੋਣੇ। ਸੁਨ ਅਸ ਕੋ ਨੇ ਜਾਏ ਉਮਹਾਤਾ ਜਿਹੜਾ ਸੁਣੇ ਇਹ ਵੀ ਦੁਰਲਭ ਦਰਸ਼ਨ ਨੇ ਵੀ, ਇਹ ਤਾਂ ਹੋਣੇ ਨਹੀਂ ਮੁੜ ਕੇ। ਤੇ ਜਿਹੜਾ ਸੁਣੇ ਉਹ ਕਿਉਂ ਨਾ ਜਾਵੇ, ਦੌੜੇ ਹੀ ਆਉਂਦੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਚੌਂ ਦਿਸ਼ ਮਗ ਆਵੇਂ ਸਮੁਦਾਏ ਚਾਰੇ ਪਾਸਿਆਂ ਤੋਂ ਸੰਗਤਾਂ ਉਮੜ ਕੇ ਆ ਰਹੀਆਂ ਹਨ। ਪੁਰ ਪ੍ਰਵਸ਼ੇ ਗੁਰ ਦਰਸ਼ਨ ਪਾਏ ਆ ਕੇ ਗੋਇੰਦਵਾਲ ਸਾਹਿਬ ਪ੍ਰਵੇਸ਼ ਕਰਦੇ ਨੇ, ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਨ। ਸ਼੍ਰੀ ਅੰਗਦ ਕੋ ਨੰਦਨ ਦਾਤੂ ਉਧਰ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਪੂਰਬ ਆਏ ਪ੍ਰਹਾਰੀ ਲਾਤੂ ਜਿਨ੍ਹਾਂ ਨੇ ਪਹਿਲਾਂ ਇੱਕ ਵਾਰੀ ਗਲਤੀ ਕੀਤੀ, ਮਹਾਰਾਜ ਜੀ ਨੂੰ ਲੱਤ ਮਾਰੀ ਸੀ, ਆ ਕੇ ਪਿੱਛੇ ਕਥਾ ਆਪ ਜੀ ਨੇ ਸੁਣੀ ਹੈ। ਹਾਂਜੀ। ਤਬ ਕੋ ਸ਼੍ਰੀ ਅੰਗਦ ਤਬ ਕੋ ਸੰਕਟ ਚਰਨ ਮਜਾਰਾ ਬਾਬੇ ਦਾਤੂ ਦੀ ਲੱਤ 'ਚ ਉਦੋਂ ਦੀ ਪੀੜਾ ਸੀ, ਪਛਤਾਵਾ ਹੁੰਦਾ ਸੀ ਵੀ ਮੈਂ ਇਹ ਮਾੜਾ ਕੰਮ ਕਾਹਨੂੰ ਕੀਤਾ। ਨਾਲ ਦੇ ਸੰਗੀਆਂ ਨੇ ਕਹਿ ਕੇ ਕਰਵਾ ਦਿੱਤਾ। ਤੋ ਬਾਬਾ ਦਾਤੂ ਜੀ ਦੀ ਲੱਤ ਵਿੱਚ ਉਦੋਂ ਦਾ ਹੀ ਦਰਦ ਸੀ ਜਦੋਂ ਮਹਾਰਾਜ ਜੀ ਦੀ ਛਾਤੀ 'ਚ ਲੱਤ ਮਾਰੀ ਨਾ, ਤੇ ਸਤਿਗੁਰਾਂ ਚਰਨ ਫੜ ਕੇ ਆਖਿਆ ਸੀ, ਬਾਬਾ ਜੀ ਤੁਹਾਡਾ ਚਰਨ ਕੂੜਾ ਹੈ, ਮੇਰੇ ਸਰੀਰ ਦੀਆਂ ਹੱਡੀਆਂ ਬੜੀਆਂ ਮਜ਼ਬੂਤ ਨੇ, ਤੇ ਇਹਦੇ 'ਚ ਵੱਜ ਕੇ ਕਿਤੇ ਕੋਮਲ ਜੇ ਚਰਨ 'ਚ ਦਰਦ ਤਾਂ ਨਹੀਂ ਹੋਈ। ਇੰਨਾ ਕਹਿਣਾ ਹੀ ਸੀ ਤੇ ਉਹਨੇ ਨੂੰ ਦਰਦ ਸ਼ੁਰੂ ਹੋ ਗਈ, ਨਾਲ ਹੀ ਲੱਤ 'ਚ ਚੀਸ ਪੈਂਦੀ ਸੀ। ਹਾਂਜੀ। ਹੋਤ ਅਸਤ ਮੈਂ ਪੀਰ ਉਦਾਰਾ ਜਿਹੜੀ ਪੀੜਾ ਵੀ ਹੁੰਦੀ ਸੀ ਉਹ ਹੱਡੀ ਦੇ ਵਿੱਚ ਹੁੰਦੀ ਸੀ, ਬੜੀ ਭਿਆਨਕ ਪੀੜਾ। ਲੱਜਿਤ ਨਿਕਟ ਨਹੀਂ ਚੱਲ ਆਏ ਪਰ ਸ਼ਰਮਿੰਦਾ ਹੋ ਕੇ ਨਹੀਂ ਆਏ ਵੀ ਕੀ ਮੂੰਹ ਲੈ ਕੇ ਜਾਵਾਂ ਉਹਨਾਂ ਦੇ ਪਾਸ, ਕਿਵੇਂ ਜਾ ਕੇ ਉਹਨਾਂ ਦੇ ਸਾਹਮਣੇ ਨੇਤਰ ਮਿਲਾਵਾਂ। ਉਹ ਲਾਜ ਕਰਕੇ ਨਹੀਂ ਆਏ ਬਾਬਾ ਦਾਤੂ ਜੀ, ਬੇਨਤੀ ਕਰਕੇ ਨੇ ਬਖਸ਼ਾਇ ਬੇਨਤੀ ਕਰਕੇ ਮਹਾਰਾਜ ਜੀ ਨੂੰ ਬਖਸ਼ਾਇਆ ਨਹੀਂ।
ਆਪਣਾ ਆਪ। ਜਦੋਂ ਪੰਜਵੇਂ ਗੁਰਦੇਵ ਆਏ ਨਾ ਗੁਰੂ ਅਰਜਨ ਸਾਹਿਬ ਖਡੂਰ ਸਾਹਿਬ, ਤੇ ਉਦੋਂ ਫਿਰ ਬਾਬੇ ਦਾਤੂ ਨੇ ਹੱਥ ਜੋੜ ਕੇ ਖਿਮਾ ਮੰਗੀ, ਮਹਾਰਾਜ ਤੁਸੀਂ ਵੀ ਉਹਨਾਂ ਦਾ ਸਰੂਪ ਹੋ, ਮੇਰੇ ਤੇ ਤਰਸ ਕਰੋ। ਤੋ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਾਬੇ ਦਾਤੂ ਦਾ ਚਰਨ ਫੜਿਆ ਤੇ ਨਾਲ ਹੀ ਪੀੜਾ ਨਿਵਰਤ ਹੋ ਗਈ। ਉਹ ਕਥਾ ਅੱਗੇ ਆਵੇਗੀ। ਪਰ ਬਾਬਾ ਦਾਤੂ ਜੀ ਪਹਿਲਾਂ ਪਛਤਾਉਂਦੇ ਤਾਂ ਰਹੇ, ਪਰ ਆ ਕੇ ਮਹਾਰਾਜ ਗੁਰੂ ਸਾਹਿਬ ਦੀ ਸ਼ਰਨ ਚ ਭੁੱਲ ਦੀ ਖਿਮਾ ਨਹੀਂ ਮੰਗੀ। ਸੋ ਸੁਨ ਕੈ ਸ਼੍ਰੀ ਅਮਰ ਪਿਆਨਾ, ਜਦੋਂ ਬਾਬੇ ਦਾਤੂ ਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਪਾਤਸ਼ਾਹ ਸੱਚਖੰਡ ਦੀ ਤਿਆਰੀ ਕਰ ਲਈ ਹੈ ਜਾਣ ਦੀ, ਹਿਰਦੇ ਬਿਖੈ ਇਮ ਚਿਤਵਨ ਠਾਨਾ, ਮਨ ਵਿੱਚ ਬਾਬਾ ਦਾਤੂ ਜੀ ਸੋਚਦੇ ਤੇ ਚਿਤਵਦੇ ਨੇ, ਨਿਸਬਾਸੁਰ ਦੁਖ ਲਹੋਂ ਕਨੇਰਾ, ਮੈਂ ਰਾਤ ਦਿਨ ਇਸ ਲੱਤ ਦੀ ਦਰਦ ਨਾਲ ਦੁਖੀ ਹਾਂ, ਹੱਡੀ ਵਿੱਚ ਪੀੜਾ ਹੁੰਦੀ ਐ, ਬਖਸ਼ਾਵੋਂ ਤਿੰਨ ਤੇ ਇਸ ਬੇਰਾ, ਮੈਂ ਉਹਨਾਂ ਕੋਲ ਜਾ ਕੇ ਬਖਸ਼ਾ ਹੀ ਲਵਾਂ ਵੀ ਉਹ ਤਾਂ ਸੱਚਖੰਡ ਚੱਲੇ ਨੇ, ਵੀ ਉਹਨਾਂ ਦੀ ਸ਼ਰਨ ਚ ਜਾ ਕੇ ਆਪਣੀ ਭੁੱਲ ਬਖਸ਼ਾ ਲਵਾਂ। ਆਪਨ ਕੁਮਤ ਤੇ ਮੈਂ ਨੈ ਜਾਉ, ਪਰ ਮੇਰੀ ਮੱਤ ਜਿਹੜੀ ਕੁਮੱਤ ਹੈ ਉਹ ਮੈਨੂੰ ਜਾਣ ਨਹੀਂ ਦਿੰਦੀ। ਸੋ ਤੋ ਮਹਾ ਕਿਰਪਾਲ ਸੁਭਾਉ, ਪਰ ਉਹ ਤਾਂ ਬੜੇ ਕਿਰਪਾਲੂ ਦਿਆਲੂ ਹਨ, ਦੇਖਤ ਦਇਆ ਕਰੇ ਦੁਖ ਹਰਈ, ਜੇ ਮੈਂ ਜਾਵਾਂਗਾ ਤੇ ਉਹਨਾਂ ਨੇ ਤਾਂ ਦਇਆ ਹੀ ਕਰਨੀ ਹੈ, ਉਹ ਤਾਂ ਬੜੇ ਦਿਆਲੂ ਨੇ, ਉਹ ਤਾਂ ਹਰ ਵੇਲੇ ਹੀ ਕਰੁਣਾ ਕਰਦੇ ਨੇ। ਜੇ ਮੈਂ ਜਾਵਾਂਗਾ ਉਹਨਾਂ ਦੇ ਪਾਸ ਤੇ ਉਹਨਾਂ ਨੇ ਥੋੜੀ ਕਹਿਣਾ ਵੀ ਤੂੰ ਤਾਂ ਉਹੀ ਹੈ, ਉਹਨਾਂ ਤੇ ਵੇਖ ਕੇ ਦਇਆ ਹੀ ਕਰਨੀ ਹੈ, ਕਿਰਪਾ ਹੀ ਕਰਨੀ ਹੈ। ਜਿਮ ਜਾਚੇ ਤਿਮ ਦੈ ਭੋ ਕਰਈ, ਉਹਨਾਂ ਦੇ ਚਰਨਾਂ 'ਚੋਂ ਜੋ ਮੰਗੀਏ ਉਹ ਦੇ ਦਿੰਦੇ ਨੇ, ਐਡੇ ਦਿਆਲੂ ਹਨ ਵੀ ਜੋ ਮੰਗ ਲਈਏ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵ, ਇਹ ਤਾਂ ਮੇਰੀ ਕੁਮੱਤ ਹੈ ਜਿਹੜੀ ਉੱਥੇ ਜਾਣ ਨਹੀਂ ਦਿੰਦੀ, ਕਮੀ ਮੇਰੀ। ਉਹ ਨਹੀਂ, ਉਹਨਾਂ ਤੇ ਨਹੀਂ ਕੋਈ ਸ਼ੰਕਾ ਵੀ ਉਹਨਾਂ ਨੇ ਦੇਣਾ ਨਹੀਂ, ਉਹ ਤਾਂ ਐਡੇ ਦਿਆਲੂ ਨੇ ਵੀ ਉਹਨਾਂ ਦੇ ਚਰਨਾਂ 'ਚ ਜੋ ਮੰਗੀਏ ਮਿਲ ਜਾਂਦਾ। ਜਿਹੜਾ ਨਹੀਂ ਨਾ ਮਿਲਦਾ ਸਾਨੂੰ ਸਤਿਗੁਰਾਂ ਦੇ ਚਰਨਾਂ 'ਚ, ਉਹ ਸਾਡੀ ਕੁਮੱਤ ਹੈ, ਤਾਂ ਨਹੀਂ ਜੇ ਮਿਲਦਾ, ਸਾਡੀ ਕੁਮੱਤ ਆ ਜਾਂਦੀ ਹੈ ਅੱਗੇ। ਹਾਂਜੀ, ਬਿਨ ਬਖਸ਼ਾਵਨ ਕਸ਼ਟ ਕਨੇਰਾ, ਕਿਵੇਂ ਜਾਵਾਂ ਸੋਚਦੇ ਨੇ, ਜੇ ਬਖਸ਼ਾਉਂਦਾ ਨਹੀਂ ਆਪਣਾ ਆਪ ਤੇ ਬੜਾ ਵੱਡਾ ਕਸ਼ਟ ਹੈ। ਅਰ ਬਿਗਰੇ ਪਰਲੋਕ ਸੋ ਮੇਰਾ, ਫਿਰ ਪਰਲੋਕ ਵੀ ਵਿਗੜਦਾ ਜੇ ਨਹੀਂ ਬਖਸ਼ਾਉਂਦਾ, ਮੇਰਾ ਪਰਲੋਕ ਵੀ ਵਿਗੜੇਗਾ। ਆਜ ਸਮਾਂ ਫਿਰ ਹੱਥ ਨ ਆਵੇ, ਇਹ ਜਿਹੜਾ ਸਮਾਂ ਮੁੜ ਕੇ ਹੱਥ ਨਹੀਂ ਆਉਣਾ, ਬਾਬਾ ਦਾਤੂ ਜੀ ਕਹਿੰਦੇ, ਤਿਨ ਕੇ ਜੀਤ ਮਿਲਨ ਬਨ ਆਵੇ, ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਰੀਰ 'ਚ ਹੁੰਦਿਆਂ ਹੀ ਉਹਨਾਂ ਨੂੰ ਮਿਲਣਾ ਹੀ ਬਣ ਆਉਂਦਾ ਹੈ। ਇਮ ਵਿਚਾਰ ਕਰ ਤੂਰਨ ਚਾਲਾ, ਇਹ ਵਿਚਾਰ ਕੇ ਬਾਬਾ ਦਾਤੂ ਜੀ ਚੱਲ ਪਏ ਖਡੂਰ ਸਾਹਿਬ ਤੋਂ, ਪਹੁੰਚੇ ਉਪੁਰ ਮੈਂ ਪ੍ਰੇਮ ਵਿਸਾਲਾ, ਬੜੇ ਭਾਰੀ ਪ੍ਰੇਮ 'ਚ ਭਿੱਜੇ ਹੋਏ ਆਏ। ਓਚਿਤ ਜਾਏ ਚਰਨ ਸਿਰ ਧਰਿਓ, ਸੰਗਤ ਬੈਠੀ ਸੀ, ਅਚਾਨਕ ਇੱਕਦਮ ਆਏ ਬਿਨਾਂ ਦੱਸਿਆ ਬਾਬਾ ਦਾਤੂ ਜੀ, ਆਉਂਦਿਆਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਤੇ ਸਿਰ ਧਰਿਆ। ਪਹਿਲਾਂ ਵੀ ਆਏ, ਉਹ ਵੀ ਕਥਾ ਤੁਸੀਂ ਸੁਣੀ ਹੈ, ਹੁਣ ਵੀ ਆਏ ਨੇ, ਆ ਕੇ ਚਰਨਾਂ ਤੇ ਸੀਸ ਧਰਿਆ ਹੈ। ਤਰਾਏ ਤਰਾਏ ਹੋਏ ਦੀਨ ਉਚਰਿਓ, ਤੇ ਕਹਿੰਦੇ ਤਰਾਹੇ ਮਮ ਤਰਾਹੇ ਮਮ ਤਰਾਹੇ ਮਮ, ਮਹਾਰਾਜ ਤੁਹਾਡੀ ਸ਼ਰਨ ਚ ਹਾਂ, ਡਰਿਆ ਹੋਇਆ ਦੀਨ ਦੁਖੀ ਤੁਹਾਡੀ ਪਨਾਹ ਵਿੱਚ ਹਾਂ। ਸ਼੍ਰੀ ਸਤਿਗੁਰ ਜਬ ਦੇਖਨ ਕਰਿਓ, ਜਦੋਂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਬਾ ਦਾਤੂ ਜੀ ਨੂੰ ਵੇਖਿਆ, ਪਇਓ ਦੀਨ ਕਰ ਪ੍ਰੇਮ ਸੋ ਪਰਿਓ, ਵੇਖਿਆ ਦੀਨ ਹੋ ਕੇ ਪ੍ਰੇਮ ਸਹਿਤ ਆਏ ਹਨ। ਸਨਮਾਨਿਤ ਕਰ ਸਮੁਖ ਬਿਠਾਇਓ, ਸਨਮਾਨ ਦੇ ਕੇ ਬਾਬਾ ਦਾਤੂ ਜੀ ਨੂੰ ਸਨਮੁਖ ਬਿਠਾਇਆ। ਨਮਸਕਾਰ ਕਰ ਮ੍ਰਿਦੁਲੇ ਹਲਾਇਓ, ਔਰ ਨਮਸਕਾਰ ਕਰਦਿਆਂ ਬੋਲੇ, ਮੋ ਪਰ ਕਿਰਪਾ ਕਰੀ ਤੁਮ ਆਏ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਹੱਥ ਜੋੜੇ ਬਾਬੇ ਦਾਤੂ ਕੇ, ਵੇਖੋ ਨਿਮਰਤਾ ਸਤਿਗੁਰਾਂ ਦੀ, ਹੱਥ ਜੋੜ ਕੇ। ਅੱਜ ਤਾਂ ਖਾਲਸਾ ਜੀ ਕੋਈ ਗੁਰਸਿੱਖ ਕਿਸੇ ਮਹਾਂਪੁਰਸ਼ ਮਹਾਤਮਾ ਸਾਧੂ ਦੇ ਕੋਲ ਹੱਥ ਜੋੜ ਕੇ ਬੈਠਾ ਹੋਵੇ ਤੇ ਕਹਿੰਦੇ ਵੇਖੋ ਆ ਕੀ ਕਰਦੇ ਐ। ਆ ਅੱਜ ਦਾ ਵਰਤਾਰਾ ਹੁਣ ਦਾ ਤੁਹਾਨੂੰ ਦੱਸਦੇ ਜਿਹੜਾ ਵਰਤ ਰਿਹਾ ਹੈ। ਇੱਥੇ ਤਾਂ ਜੇ ਕਿਤੇ ਉਦੋਂ ਦੇ ਅੱਜ ਦੇ ਸਿੱਖ ਹੁੰਦੇ, ਇਹਨਾਂ ਨੇ ਫੋਟੋ ਖਿੱਚ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਪਹਿਲਾਂ ਫੇਸਬੁੱਕ ਤੇ ਪਾਣੀ ਸੀ,
ਅੱਜ ਦੇ ਸਿੱਖਾਂ ਨੇ, ਫੇਸਬੁੱਕੀਆਂ ਨੇ। ਸਤਿਗੁਰੂ ਜੀ ਨੇ ਕਿੰਨਾ ਸਤਿਕਾਰ ਕੀਤਾ ਬਾਬੇ ਦਾਤੂ ਦਾ। ਹੱਥ ਜੋੜੇ ਤੇ ਹੱਥ ਜੋੜ ਕੇ ਕੀ ਕਹਿੰਦੇ, ਨਿਮਰਤਾ ਹੈ ਇਹ ਖਾਲਸਾ ਜੀ। ਜਿਹੜਾ ਨਿਮਦਾ ਉਹ ਗੌਰਾ ਹੁੰਦਾ, ਭਾਰਾ ਹੁੰਦਾ, ਛੋਟਾ ਨਹੀਂ ਹੁੰਦਾ। ਨਿਵੇਂ ਸੋ ਗੌਰਾ ਹੋਏ। ਮਹਾਰਾਜ ਜੀ ਕਹਿੰਦੇ ਮੋਹ ਪਰ ਕਿਰਪਾ ਕਰੀ ਤੁਮ ਆਏ। ਬਾਬਾ ਦਾਤੂ ਜੀ ਬੜੀ ਕਿਰਪਾ ਕੀਤੀ ਹੈ ਮੇਰੇ ਤੇ, ਤੁਸੀਂ ਆ ਗਏ ਹੋ ਚੱਲ ਕੇ। ਹਾਂਜੀ, ਧੰਨ ਪਾਏ ਹਮ ਦਰਸ਼ਨ ਪਾਏ। ਮਹਾਰਾਜ ਜੀ ਕਹਿਣ ਲੱਗੇ ਧੰਨ ਹੋ ਗਏ ਅਸੀਂ ਬਾਬਾ ਦਾਤੂ ਜੀ, ਸਾਨੂੰ ਸਾਡੇ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਹੋ ਗਏ ਨੇ। ਸਾਡੇ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ, ਉਹਨਾਂ ਦੇ ਸਾਹਿਬਜ਼ਾਦਿਆਂ ਦੇ ਬਾਬਾ ਦਾਤੂ ਜੀ ਤੁਹਾਡੇ ਦਰਸ਼ਨ ਹੋ ਗਏ ਹਨ। ਕੌਣ ਕਾਜ ਮੈਂ ਕਰੂੰ ਤੁਮਾਰਾ। ਦੱਸੋ ਬਾਬਾ ਦਾਤੂ ਜੀ ਕੀ ਸੇਵਾ ਕਰੀਏ ਤੁਹਾਡੀ, ਕੀ ਟਹਿਲ ਕਰੀਏ। ਜਿਸ ਤੇ ਸਫਲ ਹੈ ਜਨਮ ਹਮਾਰਾ। ਦੱਸੋ ਕੋਈ ਸੇਵਾ ਜਿਹਦੇ ਨਾਲ ਸਾਡਾ ਜੀਵਨ ਸਫਲ ਹੋਵੇ। ਹੱਥ ਜੋੜ ਦਾਤੂ ਬਚ ਭਾਖੇ। ਬਾਬੇ ਦਾਤੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਰੋ ਕਾਜ ਮਮ ਜਸ ਅਬਿਲਾਖੇ। ਕਹਿਣ ਲੱਗੇ ਮਹਾਰਾਜ ਜੀ ਮੇਰੀ ਜੋ ਅਬਲਾਖਾ ਹੈ ਉਹ ਕਾਰਜ ਕਰੋ। ਅਪਰਾਧੀ ਮੈਂ ਪ੍ਰਭੂ ਤੁਮਾਰਾ। ਮਹਾਰਾਜ ਮੈਂ ਤੁਹਾਡਾ ਗੁਨਹਗਾਰ ਹਾਂ। ਅੱਗੋਂ ਬਾਬਾ ਦਾਤੂ ਜੀ ਨੂੰ ਮਾਣ ਮਿਲਿਆ ਤੇ ਹੱਥ ਜੋੜ ਕੇ ਨਿਮਰਤਾ ਨਾਲ, ਮਹਾਰਾਜ ਮੈਂ ਤੁਹਾਡਾ ਅਪਰਾਧੀ ਹਾਂ, ਗੁਨਹਗਾਰ ਹਾਂ। ਹੋਏ ਢੀਠ ਜਬ ਚਰਨ ਪ੍ਰਹਾਰਾ। ਮਹਾਰਾਜ ਮੈਂ ਢੀਠ ਹੋ ਕੇ ਆਇਆ ਸੀ ਤੁਹਾਡੇ ਕੋਲ ਜਦੋਂ ਪਹਿਲੋਂ ਆਪ ਜੀ ਦੀ ਛਾਤੀ 'ਚ ਚਰਨ ਮਾਰਿਆ, ਪੈਰ ਮਾਰਿਆ। ਮਤ ਸਰ ਅਗਨ ਦਹੀ ਮਮ ਛਾਤੀ। ਈਰਖਾ ਦੀ ਅੱਗ ਨੇ ਮੇਰੀ ਛਾਤੀ ਸਾੜ ਦਿੱਤੀ ਸੀ। ਦੁਤੀਏ ਮਿਲਿਓ ਕੁਸੰਗ ਉਤਪਾਤੀ। ਦੂਜੇ ਮੈਨੂੰ ਕੁਸੰਗੀ ਮਿਲ ਗਏ, ਕੁਸੰਗੀਆਂ ਨੇ ਮੇਰੀ ਮੱਤ ਤੇ ਪਰਦਾ ਪਾ ਦਿੱਤਾ। ਤਿਨ ਕਰ ਮਤ ਬਾਵਰ ਮਮ ਹੋਈ। ਉਹਦੇ ਨਾਲ ਮੇਰੀ ਮੱਤ ਬਾਵਰੀ ਹੋ ਗਈ ਸੀ। ਬਖਸ਼ਾਵਨ ਚਾਹਤ ਅਬ ਸੋਈ। ਮਹਾਰਾਜ ਮੇਰੇ ਕੋਲੋਂ ਭੁੱਲ ਹੋਈ, ਹੁਣ ਮੈਂ ਬਖਸ਼ਾਉਣ ਆਇਆ ਤੁਹਾਡੀ ਸ਼ਰਨ 'ਚ। ਬਖਸ਼ ਲੋ ਗਰੀਬ ਨਵਾਜ, ਬਖਸ਼ ਲੋ ਬਖਸ਼ੰਦ ਹਰੀ। ਲੱਜਿਤ ਰਿਓ ਨਾ ਤੁਮ ਟਿਗੇ ਆਇਵ। ਮਹਾਰਾਜ ਮੈਂ ਤਾਂ ਸ਼ਰਮ ਨਾਲ ਘਰੋਂ ਨਹੀਂ ਨਿਕਲਿਆ ਉਦੋਂ ਦਾ, ਤੁਹਾਡੇ ਕੋਲ ਚੱਲ ਕੇ ਨਹੀਂ ਆਇਆ। ਕਰੀ ਅਵਗਿਆ ਦੁੱਖ ਫਲ ਪਾਇਵ। ਤੁਹਾਡੀ ਅਵਗਿਆ ਕਰਕੇ ਮੈਨੂੰ ਦੁੱਖ ਫਲ ਮਿਲਿਆ। ਕਿਰਪਾ ਨਿਦਾਨ ਛਿਮਾ ਤੁਮ ਤਾਰੋ। ਮਹਾਰਾਜ ਤੁਸੀਂ ਕਿਰਪਾ ਨਿਦਾਨ ਹੋ, ਮੇਰੇ ਤੇ ਛਿਮਾ ਕਰੋ। ਉਰ ਗੰਭੀਰ ਧੀਰ ਹਿਤ ਸਾਰੋ। ਤੁਹਾਡਾ ਹਿਰਦਾ ਗੰਭੀਰ ਹੈ, ਧੀਰਜ ਦੇ ਸਹਿਤ ਹੋ। ਸੁਨ ਸ਼੍ਰੀ ਅਮਰਦਾਸ ਤਬ ਬੋਲੇ। ਸੁਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੋਲੇ, ਤੁਮ ਸਤਿਗੁਰ ਕੇ ਪੁੱਤਰ ਅਡੋਲੇ। ਮਹਾਰਾਜ ਜੀ ਕਹਿੰਦੇ ਬਾਬਾ ਦਾਤੂ ਜੀ ਤੁਸੀਂ ਸਾਡੇ ਸਾਹਿਬ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਾਹਿਬਜ਼ਾਦੇ ਹੋ, ਉਹਨਾਂ ਦੇ ਸਪੁੱਤਰ ਹੋ ਅਡੋਲ। ਮਨ ਤਨ ਕਰ ਮੈਂ ਦਾਸ ਤੁਮਾਰਾ। ਮੈਂ ਮਨ ਕਰਕੇ ਤਨ ਕਰਕੇ ਗੁਰੂ ਅੰਗਦ ਸਾਹਿਬ ਦੇ ਘਰ ਦਾ ਦਾਸ ਹਾਂ। ਤੁਸੀਂ ਉਹਨਾਂ ਦੇ ਸਪੁੱਤਰ ਹੋ, ਮੈਂ ਗੁਰੂ ਅੰਗਦ ਸਾਹਿਬ ਦੇ ਘਰ ਦਾ ਦਾਸ ਹਾਂ। ਅਬ ਪਰਲੋਕ ਹੋਵਤ ਮਮ ਤਿਆਰਾ। ਪਾਤਸ਼ਾਹ ਕਹਿੰਦੇ ਹੁਣ ਤਿਆਰੀ ਹੋ ਗਈ ਆ ਸਾਡੀ ਪਰਲੋਕ ਜਾਣ ਦੀ। ਰਾਮਦਾਸ ਅਬ ਸਤਿਗੁਰ ਭਇਓ। ਇਸ ਵਕਤ ਗੁਰੂ ਧੰਨ ਗੁਰੂ ਰਾਮਦਾਸ ਜੀ ਹਨ, ਜਗਤ ਗੁਰੂ। ਨਿਜ ਪਦ ਮੈਂ ਤਿਨ ਕੋ ਸ਼ੁਭ ਦਇਓ। ਅਸੀਂ ਸਾਡੇ ਕੋਲ ਜਿਹੜੀ ਪਦਵੀ ਸੀ ਇਹਨਾਂ ਨੂੰ ਦੇ ਦਿੱਤੀ ਹੈ। ਕਿਰਪਾ ਦ੍ਰਿਸ਼ਟ ਤੇ ਦੇਖਨ ਕਰੀਏ। ਹੁਣ ਇਹਨਾਂ ਵੱਲ ਵੀ ਵੇਖੋ, ਇਹਨਾਂ ਵੱਲ ਦ੍ਰਿਸ਼ਟੀ ਕਰੋ। ਤੁਮ ਹੋ ਵੱਡੇ ਬਿਗਨ ਗਨ ਹਰੀਏ। ਬਾਬਾ ਦਾਤੂ ਜੀ ਤੁਸੀਂ ਵੱਡੇ ਹੋ, ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਹੋ। ਕੋਈ ਜੇ ਬਿਗਨ ਆਵੇ ਅੱਗੇ ਤੇ ਨਾਲ ਹੋ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਿਓ। ਇਨ ਕੋ ਸਤਿਗੁਰ ਜਬ ਪਾਵੇ। ਸਮਾਂ ਆਵੇਗਾ ਅੱਗੋਂ ਇਹਨਾਂ ਦੇ ਸਾਹਿਬਜ਼ਾਦੇ ਨੂੰ ਗੁਰਿਆਈ ਪ੍ਰਾਪਤ ਹੋਣੀ। ਇਸ਼ਾਰਾ ਗੁਰੂ ਅਰਜਨ ਸਾਹਿਬ ਵੱਲ ਹੈ। ਹਾਂਜੀ, ਸਮੋ ਪਾਏ ਸੋ ਤੁਮ ਟਿਗ ਆਵੇ। ਉਹ ਤੁਹਾਡੇ ਕੋਲ ਆਉਣਗੇ ਖਡੂਰ ਸਾਹਿਬ ਚੱਲ ਕੇ। ਸੋ ਜਬ ਕਰੇ ਸਪਰਸ਼ਨ ਹਾਥ। ਉਹ ਜਦੋਂ ਆ ਕੇ ਤੁਹਾਡੇ ਚਰਨ ਛੂਹਣਗੇ ਨਾ, ਤੁਹਾਡੇ ਚਰਨਾਂ ਨੂੰ ਸਪਰਸ਼ ਕਰਨਗੇ। ਹਰੇ ਸਰਬ ਸੰਕਟ ਤੈ ਸਾਥ। ਤੁਹਾਡਾ ਸਾਰਾ ਹੀ ਸੰਕਟ ਹਰ ਲੈਣਗੇ, ਦੂਰ ਕਰਨਗੇ। ਦਾਸੂ ਆਏ ਮਿਲਿਓ ਸੁਖ ਪਾਏ। ਇਹਨਾਂ ਨੂੰ ਦੂਜੇ ਸਾਹਿਬਜ਼ਾਦੇ ਗੁਰੂ ਅੰਗਦ ਸਾਹਿਬ ਦੇ ਬਾਬਾ ਦਾਸੂ ਜੀ ਉਹ ਵੀ ਆਏ,
ਬੜੇ ਪ੍ਰੇਮ ਨਾਲ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਅਪਰ ਲੋਕ ਦਰਸੇ ਸਮੁਦਾਏ ਹੋਰ ਬੇਅੰਤ ਸੰਗਤ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦੇ ਨੇੜੇ ਤੇੜੇ ਜਿੰਨੇ ਨਗਰ ਹਨ ਸਾਰੀ ਸੰਗਤ ਆ ਗਈ। ਕਰ ਜੋਰੇ ਸਭ ਸੀਸ ਨਿਵਾਵੇ ਆ ਕੇ ਸਭ ਸੀਸ ਨਵਾਉਂਦੇ ਨਮਸਕਾਰਾਂ ਕਰਦੇ ਹਨ। ਤਨ ਤਨ ਗੁਰ ਸ਼ਬਦ ਸੁਨਾਵੇ ਸਭ ਕਹਿੰਦੇ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਸਭ ਸੰਗਤ ਸੋ ਪੁਨੇ ਉਚਾਰਾ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ। ਰਾਮਦਾਸ ਮੈਂ ਰੂਪ ਸੁਧਾਰਾ ਮਹਾਰਾਜ ਜੀ ਕਹਿੰਦੇ ਸੰਗਤ ਜੀ ਗੁਰੂ ਰਾਮਦਾਸ ਸਾਹਿਬ ਮੇਰਾ ਰੂਪ ਹਨ। ਮਮ ਸਮ ਇਸ ਕੋ ਪੂਜਨ ਕਰਨਾ ਮੇਰੇ ਸਮਾਨ ਇਹਨਾਂ ਦੀ ਪੂਜਾ ਕਰਨੀ ਹੈ। ਹੋ ਅਪੇਦ ਇਨ ਸੋ ਇੱਕ ਬਰਨਾ ਮੈਂ ਇਹਨਾਂ ਵਿੱਚ ਅਭੇਦ ਹੋ ਕੇ ਇੱਕ ਰੰਗ ਹੋ ਗਿਆ ਹਾਂ। ਆਪਣੀ ਅਵਧ ਦੀਨ ਬੈਠਾਏ ਅਸੀਂ ਆਪਣੀ ਉਮਰਾਂ ਵੀ ਇਹਨਾਂ ਨੂੰ ਦੇਖ ਕੇ ਗੁਰਗੱਦੀ ਤੇ ਬਿਠਾ ਦਿੱਤਾ ਹੈ। ਸ਼ਰਦਾ ਧਰੇ ਸੋ ਸਭ ਫਲ ਪਾਏ ਜਿਹੜਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਸ਼ਰਧਾ ਧਾਰ ਕੇ ਇਹਨਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਇਹਨਾਂ ਦਾ ਭਜਨ ਕਰੇਗਾ ਉਹਨਾਂ ਨੂੰ ਸੰਸਾਰ ਦੇ ਨਹੀਂ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਸਤਿ ਸ੍ਰੀ ਅਕਾਲ। ਇਹ ਬਖਸ਼ਿਸ਼ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੇ ਕੀਤੀ। ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਇਆ ਹੋਇਆਂ ਨੂੰ ਕੀ ਨਹੀਂ ਪ੍ਰਾਪਤ ਹੁੰਦਾ। ਹਾਂਜੀ ਮੈਂ ਹੋਵੋ ਅਬ ਅੰਤਰ ਧਿਆਨ ਪਾਤਸ਼ਾਹ ਕਹਿੰਦੇ ਹੁਣ ਅਸੀਂ ਜੋਤੀ ਜੋਤ ਸਮਾਵਾਂਗੇ। ਸੁਨ ਸੰਗਤ ਗੁਰ ਕੇ ਬਚਕਾਨ ਸਤਿਗੁਰੂ ਜੀ ਦੇ ਬਚਨ ਸੰਗਤ ਨੇ ਸੁਣੇ। ਜੈ ਜੈਕਾਰ ਉਚਾਰਨ ਕੀਨਾ ਸਭ ਸੰਗਤ ਨੇ ਜੈ ਜੈਕਾਰ ਦਾ ਨਾਦ ਗੁੰਜਾਇਆ। ਬੰਦੇ ਕਰ ਜੋਰੇ ਮਨ ਦੀਨਾ ਦੀਨ ਮਨ ਹੋ ਕੇ ਬੰਦਨਾ ਕਰਦੇ ਹਨ। ਪਾਦੋਂ ਕੀ ਸ਼ੁਭ ਪੂਰਨਮਾਸ਼ੀ ਭਾਦਰੋਂ ਦੀ ਪੂਰਨਮਾਸ਼ੀ ਦਾ ਦਿਨ ਸੀ ਜਿਸ ਦਿਨ ਸਤਿਗੁਰਾਂ ਨੇ ਸੱਚਖੰਡ ਦੇ ਤਿਆਰੇ ਕੀਤੇ। ਅੱਜ ਵੀ ਖਾਲਸਾ ਜੀ ਭਾਦਰੋਂ ਦੀ ਪੂਰਨਮਾਸ਼ੀ ਵਾਲੇ ਦਿਨ ਸਾਲਾਨਾ ਸਮਾਗਮ ਹੁੰਦਾ ਹੈ। ਲੱਖਾਂ ਦੀ ਗਿਣਤੀ 'ਚ ਪੂਰੇ ਮਾਝੇ ਦੀ ਸੰਗਤ ਗੋਇੰਦਵਾਲ ਸਾਹਿਬ ਆ ਕੇ ਇਕੱਤਰ ਹੁੰਦੀ ਹੈ। ਤੋ ਹਰ ਮਹੀਨੇ ਪੂਰਨਮਾਸ਼ੀ ਦੇ ਜੋੜ ਮੇਲੇ ਵੀ ਉੱਥੇ ਸਜਦੇ ਹਨ। ਤੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜਿਵੇਂ ਸੱਚਖੰਡ ਜਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਏ
ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਏ ਪੂਰਨ ਹੈ ਸਰਬ ਮੈਂ ਮੁਖ ਪੰਜਨ ਗੁਣ ਤਾਸ ਏ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਏ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਏ ਅਪਰੰਪਰ ਹਰ ਹਰੇ ਐ ਪੀਓ ਅਣਹਾਰੇ ਏ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।